ਜਸ ਟੀਵੀ ਦੇਖ ਰਹੇ ਹੋ ਤੁਸੀਂ। ਮੈਂ केपी ਸਿੰਘ ਟੂ ਦਾ ਪੁਆਇੰਟ ਵਿੱਚ ਤੁਹਾਡਾ ਸਭ ਦਾ ਸਵਾਗਤ ਕਰਦਾ ਹਾਂ। ਰਾਮ ਰਹੀਮ ਨੂੰ ਪੈਰੋਲ ਮਿਲੀ ਹੈ ਤੇ ਇਸ ਪੈਰੋਲ ਤੇ ਸਵਾਲ ਉੱਠਣੇ ਲਾਜ਼ਮੀ ਸੀ ਤੇ ਸਵਾਲ ਉੱਠ ਵੀ ਗਏ। ਰਾਮ ਰਹੀਮ ਨੂੰ 14 ਮਹੀਨਿਆਂ 'ਚ ਚੌਥੀ ਵਾਰ ਕਿਉਂ ਪੈਰੋਲ ਮਿਲੀ ਹੈ, ਇਹ ਸਵਾਲ ਚੁੱਕਿਆ ਜਾ ਰਿਹਾ ਹੈ। ਉਸ ਤੋਂ ਬਾਅਦ ਇਹ ਸਵਾਲ ਪੁੱਛਿਆ ਜਾ ਰਿਹਾ ਕਿ ਤਲਵਾਰ ਨਾਲ ਕੇਕ ਕੱਟਿਆ ਜਾ ਰਿਹਾ ਹੈ। ਜੇ ਕੇਕ ਕੱਟਿਆ ਜਾ ਰਿਹਾ ਤਾਂ ਉਹਦੇ ਪਿੱਛੇ ਅਕਾਲੀ ਦਲ ਕਹਿੰਦਾ ਹੈ ਕਿ ਇਹ ਫਿਰਕੂ ਭਾਵਨਾਵਾਂ ਭੜਕਾਉਣ ਦੀ ਸਾਜ਼ਿਸ਼ ਹੈ। ਇਸ ਦੇ ਜਵਾਬ ਵਿੱਚ ਬੀਜੇਪੀ ਕਹਿੰਦੀ ਹੈ ਕਿ ਅਕਾਲੀ ਦਲ ਆਪਣਾ ਪਿਛੋਕੜ ਦੇਖੇ ਜਦੋਂ ਉਹ ਇਹ ਸਭ ਕੁਝ ਰਾਮ ਰਹੀਮ ਦੇ ਨਾਲ ਰਾਜਨੀਤੀ ਦੇ ਵਿੱਚ ਹਿੱਸੇਦਾਰੀ ਪਾਉਂਦੇ ਸੀ। ਬਹੁਤ ਸਾਰੇ ਸਵਾਲ ਬੀਜੇਪੀ ਨੇ ਵੀ ਚੁੱਕਿਆ ਤੇ ਇਹਨਾਂ ਸਵਾਲਾਂ ਦੇ ਵਿਚਾਲੇ ਇੱਕ ਸਵਾਲ ਹੈ ਜਿਹੜਾ ਉਹ ਇਹ ਪੁੱਛਿਆ ਜਾ ਰਿਹਾ ਕਿ ਐਡੇ ਵੱਡੇ ਇਲਜ਼ਾਮ ਹੈ, ਐਡੇ ਵੱਡੇ ਦੋਸ਼ ਹੈ, ਕੁਝ ਕੇਸ ਚੱਲਦੇ ਪਏ, ਉਸ ਦੇ ਬਾਵਜੂਦ ਪੈਰੋਲ ਕਿਉਂ ਦਿੱਤੀ ਜਾ ਰਹੀ ਹੈ। ਇਹ ਟੈਕਨੀਕਲ ਰੀਜ਼ਨ ਹੈ ਜਾਂ ਪੋਲੀਟੀਕਲ ਰੀਜ਼ਨ ਹੈ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੇ ਹਾਂ। ਰਾਮ ਰਹੀਮ ਵਾਰ-ਵਾਰ ਬਾਹਰ ਕਿਉਂ? ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ। ਵੱਡਾ ਸਵਾਲ ਇਹ ਹੈ ਕਿ ਸੰਗੀਨ ਗੁਨਾਹਾਂ ਦੇ ਦੋਸ਼ੀ ਰਾਮ ਰਹੀਮ ਦੀ ਪੈਰੋਲ ਤੇ ਪੋਲਿਟਿਕਸ ਦਾ ਟਾਰਗੇਟ ਕੀ ਹੈ। ਇਸੇ ਸਵਾਲ ਤੇ ਬਹਿਸ ਹੋਈ। ਜਿਹੜਾ ਪੈਨਲ ਸਾਡੇ ਨਾਲ ਤੁਹਾਡਾ ਤਰਫ ਕਰੋਨੇ ਤੇ ਉਸ ਤੋਂ ਬਾਅਦ ਡਿਬੇਟ ਓਪਨ ਕਰ ਦਾਂਗੇ। ਸਰਬਜੀਤ ਝਿੰਜਰ ਸ਼੍ਰੋਮਣੀ ਅਕਾਲੀ ਦਲ ਦੇ ਸਪੋਕਸਪਰਸਨ ਹੈ, ਝਿੰਜਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਇਕਬਾਲ ਸਿੰਘ ਚੰਨੀ ਭਾਰਤੀ ਜਨਤਾ ਪਾਰਟੀ ਸਪੋਕਸਪਰਸਨ ਹੈ, ਚੰਨੀ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਹਰਸ਼ਪ੍ਰੀਤ ਸਿੰਘ ਖੜਿਆਲ ਕਾਂਗਰਸ ਸਪੋਕਸਪਰਸਨ ਹੈ, ਖੜਿਆਲ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ। ਪ੍ਰੋਫੈਸਰ ਮਨਜੀਤ ਸਿੰਘ ਪੋਲੀਟੀਕਲ ਐਨਲਿਸਟ ਨੇ, ਪ੍ਰੋਫੈਸਰ ਮਨਜੀਤ ਸਿੰਘ ਤੁਹਾਡਾ ਬਹੁਤ ਸਵਾਗਤ ਹੈ। ਮਿਸਟਰ ਝਿੰਜਰ ਤੁਸੀਂ ਪੈਰੋਲ ਵਾਲਾ ਮੁੱਦਾ ਚੁੱਕਣਾ ਸੀ ਤੇ ਤੁਸੀਂ ਸ਼ਿਫਟਿੰਗ ਵਾਲਾ ਮੁੱਦਾ ਚੁੱਕ ਲਿਆ ਕਿ ਸ਼ਿਫਟ ਕਰ ਦਿਓ ਕਿਤੇ ਹੋਰ ਸੂਬੇ ਦੇ ਵਿੱਚ। ਝਿੰਜਰ ਸਾਹਿਬ, ਇਹ ਤੁਹਾਡਾ ਸਹੀ ਸਟੈਂਡ ਹੈ? ਦੇਖੋ, ਜਿਸ ਹਿਸਾਬ ਨਾਲ ਬੀਜੇਪੀ ਦੀ ਹਰਿਆਣੇ ਸਰਕਾਰ ਬਾਰ-ਬਾਰ ਸੌਦਾ ਸਾਧ ਨੂੰ ਇੱਕ ਜਿਹੜਾ ਕਿ ਬਲਾਤਕਾਰ ਦੇ ਕੇਸ ਦੇ ਵਿੱਚ ਜੇਲ੍ਹ ਦੇ ਵਿੱਚ ਸਜ਼ਾ ਕੱਟ ਰਿਹਾ ਨੂੰ ਬਾਰ-ਬਾਰ ਪੈਰੋਲ ਦੇ ਰਹੀ ਆ। ਤੇ ਇਸ ਤੋਂ ਵੱਡੀ ਵੀ ਗੱਲ ਇਹ ਹੋ ਜਾਂਦੀ ਹੈ ਜਦੋਂ ਮੁੱਖ ਮੰਤਰੀ ਦਾ ਓਐਸਡੀ ਤੇ ਰਾਜ ਸਭਾ ਮੈਂਬਰ ਸ਼੍ਰੋਮਣੀ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਤੇ ਉਹਦੀ ਜਯੰਤੀ ਤੇ ਸਰਕਾਰੀ ਫੰਕਸ਼ਨ ਜਿਹਦਾ ਗੈਸਟ ਹਰਿਆਣੇ ਦਾ ਮੁੱਖ ਮੰਤਰੀ ਹੋਏ ਉਹਦੇ ਵਿੱਚ ਇਨਵਾਈਟ ਕਰਨ, ਗੁਰੂ ਰਵਿਦਾਸ ਜੀ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਦਰਜ ਤੇ ਸੌਦਾ ਸਾਧ ਨੂੰ ਉਹਨਾਂ ਤੇ ਰਵਿਦਾਸ ਜੀ ਦੇ ਜਯੰਤੀ ਤੇ ਬੁਲਾਇਆ, ਇਨਵਾਈਟ ਕਰਤੀ, ਮੁੱਖ ਮੰਤਰੀ ਦਾ ਓਐਸਡੀ ਤੇ ਰਾਜ ਸਭਾ ਮੈਂਬਰ ਜਾਂਦੇ ਨੇ। ਇਹ ਕਿੱਧਰ ਨੂੰ ਕਹਾਣੀ ਜਾ ਰਹੀ ਆ? ਇਹਦਾ ਜਵਾਬ ਬੀਜੇਪੀ ਨੂੰ ਦੇਣਾ ਪੈਣਾ, ਸਰਕਾਰਾਂ ਨੂੰ ਦੇਣਾ ਪੈਣਾ। ਜਦੋਂ ਕਿ ਇੱਥੇ ਦਿੱਲੀ ਦੀ ਹਿੱਕ ਦੇ ਉੱਤੇ ਬੰਦੀ ਸਿੰਘਾਂ ਨੂੰ ਛਡਾਉਣ ਲਈ ਮੋਰਚਾ ਚੱਲ ਰਿਹਾ ਹੈ, ਸ਼੍ਰੋਮਣੀ ਪ੍ਰਬੰਧਕ ਕਮੇਟੀ ਵੱਲੋਂ ਘਰ ਘਰ ਦਸਤਖਤ ਮੁਹਿੰਮ ਚੱਲ ਰਹੀ ਹੈ। ਝਿੰਜਰ ਸਾਹਿਬ ਤੁਸੀਂ ਕਹਿ ਰਹੇ ਹੋ ਵੈਸਟ ਬੰਗਾਲ ਵਿੱਚ, ਸੁਣ ਤਾਂ ਲਓ ਨਾ ਝਿੰਜਰ ਸਾਹਿਬ, ਮੈਂ ਤੁਹਾਡੇ ਸਾਰੇ ਸਵਾਲ ਲਊਂਗਾ ਸਰ, ਤੁਹਾਡੇ ਲਈ ਬੈਠਾ ਇੱਥੇ ਮੈਂ। ਤੁਸੀਂ ਕਹਿ ਰਹੇ ਵੈਸਟ ਬੰਗਾਲ ਸ਼ਿਫਟ ਕਰ ਦਿਓ, ਤੁਸੀਂ ਇਹ ਕਿਉਂ ਨਹੀਂ ਕਹਿੰਦੇ ਕਿ ਪੰਜਾਬ ਪ੍ਰੋਡਕਸ਼ਨ ਵਾਰੰਟ ਤੇ ਲੈ ਕੇ ਉਹਨੂੰ ਕਿਉਂ ਨਹੀਂ ਕਹਿੰਦੇ? ਪੰਜਾਬ ਪ੍ਰੋਡਕਸ਼ਨ ਵਾਰੰਟ ਵੀ ਲਿਆਵੇ ਸਰਕਾਰ, ਪਰ ਲਿਆਊ ਕੌਣ? ਕਿਉਂ ਨਹੀਂ ਕਹਿੰਦੇ ਸਰ? ਤੁਸੀਂ ਕਿਉਂ ਨਹੀਂ ਸਟੈਂਡ ਲੈਂਦੇ? ਤੁਸੀਂ ਵੈਸਟ ਬੰਗਾਲ ਦਾ ਸਟੈਂਡ ਲੈ ਕੇ ਬੈਠੇ ਹੋ ਝਿੰਜਰ ਸਾਹਿਬ। ਸਰ ਅਸੀਂ ਤਾਂ ਕਹਿੰਦੇ ਲਿਆਓ, ਪਰ ਲਿਆਊ ਕੌਣ? ਸਰਕਾਰਾਂ ਹੀ ਲਿਆਉਣਗੇ ਨਾ ਜਿਹੜੀਆਂ ਮੌਕੇ ਤੇ ਬੈਠੀਆਂ ਨੇ ਹੁਣ। ਤੇ ਸਰ ਤੁਸੀਂ ਇਹ ਸਟੈਂਡ ਕਿਉਂ ਨਹੀਂ ਸਪਸ਼ਟ ਕਰਦੇ? ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਕਿਉਂ ਨਾ ਲਿਆਂਦਾ ਜਾਵੇ? ਬਿਲਕੁਲ ਲਿਆਂਦਾ ਜਾਵੇ। ਕੋਈ ਇਹਦੇ ਪਿੱਛੇ ਅਸੀਂ ਐਂ ਕਦੋਂ ਕਿਹਾ ਵੀ ਨਾ ਲਿਆਂਦਾ ਜਾਵੇ? ਤੇ ਫਿਰ ਤੁਸੀਂ ਕਿਹਾ ਵੀ, ਤੁਸੀਂ ਫਿਰ ਇਹ ਵੀ ਨਹੀਂ ਨਾ ਕਿਹਾ ਲਿਆਓ, ਕਿਉਂ ਨਹੀਂ ਕਹਿੰਦੇ? ਸ਼੍ਰੋਮਣੀ ਅਕਾਲੀ ਦਲ ਨੇ ਕਦੋਂ ਕਿਹਾ ਕਿ ਨਾ ਲਿਆਂਦਾ ਜਾਵੇ? ਕਦੋਂ ਕਿਹਾ? ਤੇ ਤੁਸੀਂ ਇਹ ਕਿਉਂ, ਤੁਸੀਂ ਸਰ ਇਹ ਕਿਉਂ ਨਹੀਂ ਕਹਿੰਦੇ ਝਿੰਜਰ ਸਾਹਿਬ ਵੀ ਲਿਆਂਦਾ ਜਾਵੇ? ਤੁਸੀਂ ਸਵਾਲ ਸ਼੍ਰੋਮਣੀ ਅਕਾਲੀ ਦਲ ਨੂੰ ਕਰ ਰਹੇ ਹੋ, ਪਰ ਮੈਂ ਹੈਰਾਨ ਹਾਂ ਇਸ ਮੁੱਦੇ ਤੇ ਕਿਸੇ ਵੀ ਪਾਰਟੀ ਦਾ ਜਿਹੜੇ ਬੀਜੇਪੀ ਦੇ ਵਿੱਚ ਆਗੂ ਜਾ ਰਹੇ ਨੇ ਪੰਜਾਬ ਦੇ ਵਿੱਚ, ਨਾ ਉਹਨਾਂ ਦਾ, ਨਾ ਹੀ ਢੀਂਡਸਾ ਗਰੁੱਪ ਦਾ, ਨਾ ਹੀ ਦਾਦੂਵਾਲ ਐਂਡ ਟੀਮ ਦਾ, ਕਿਸੇ ਦਾ ਇੱਕ ਬਿਆਨ ਤੱਕ ਨਹੀਂ। ਜਿਹੜੇ ਆਗੂ ਮੜੀ ਗੱਲ ਤੇ ਲਾਈਵ ਹੋ ਜਾਂਦੇ ਸੀ, ਜਿਹੜੇ ਬੀਜੇਪੀ ਦੇ ਆਗੂ ਨੇ, ਮਨਜਿੰਦਰ ਸਿੰਘ ਸਿਰਸਾ ਜੀ, ਜਿਹੜੀ ਦਿੱਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਇੱਕ ਬਿਆਨ ਤੱਕ ਨਹੀਂ ਉਹਨਾਂ ਦਾ ਮੈਂ ਤੱਕ ਦੇਖਿਆ ਕਿਤੇ। ਤੁਸੀਂ ਇਹ ਸਵਾਲ ਉਹਨਾਂ ਨੂੰ ਕਿਉਂ ਨਹੀਂ ਕਰਦੇ? ਇਹ ਸਾਰੇ ਸਵਾਲ, ਜਿਹੜੀ ਗੱਲ ਸਾਰੀ ਨੂੰ ਨਿੰਦ ਰਿਹਾ, ਸਾਰੀ ਗੱਲ ਨੂੰ ਖਿੱਚ ਰਿਹਾ ਸ਼੍ਰੋਮਣੀ ਅਕਾਲੀ ਦਲ, ਜਿਹੜਾ ਸਭ ਤੋਂ ਅੱਗੇ ਹੋ ਕੇ ਕਹਿ ਰਿਹਾ ਕਿ ਇਹ ਬਿਲਕੁਲ ਗਲਤ ਹੋ ਰਿਹਾ। ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾ ਰਿਹਾ, ਇੱਕ ਬਲਾਤਕਾਰੀ ਨੂੰ ਬਾਰ-ਬਾਰ ਪੈਰੋਲ ਦਿੱਤੀ ਜਾ ਰਹੀ ਹੈ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਮਾਰਨ ਵਾਲੇ ਦੋਸ਼ੀ ਬਰੀ ਹੋ ਸਕਦੇ ਨੇ, ਸਾਰਾ ਬਾਨੋ ਵਾਲੇ ਕੇਸ ਦੇ ਵਿੱਚ ਗੁਜਰਾਤ ਦੇ ਵਿੱਚ ਦੋਸ਼ੀ ਬਰੀ ਹੋ ਸਕਦੇ ਨੇ,
ਤਾਂ ਜਿਹੜੇ ਬੰਦੀ ਸਿੰਘ ਨੇ ਉਹਨਾਂ ਨੂੰ ਨਾ ਪਰੋਲ ਨਾ ਉਹਨਾਂ ਦੀ ਰਿਹਾਈ ਕਿਉਂ ਨਹੀਂ ਹੋ ਸਕਦੀ? ਨਹੀਂ, ਠੀਕ ਕਹਿ ਰਹੇ ਹੋ, ਠੀਕ ਚੰਦਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ, ਚੰਦਰ ਸਾਹਿਬ ਤੁਸੀਂ ਠੀਕ ਕਹਿ ਰਹੇ ਹੋ ਕਿ ਮੈਨੂੰ ਉਹਨਾਂ ਨੂੰ ਵੀ ਸਵਾਲ ਕਰਨਾ ਚਾਹੀਦਾ। ਠੀਕ ਕਹਿ ਰਹੇ ਚੰਦਰ ਸਾਹਿਬ, ਮੈਨੂੰ ਕਰ ਲੈਣ ਦਿਓ ਨਾ ਫਿਰ ਸਵਾਲ, ਕਰ ਲੈਣ ਦਿਓ ਸਵਾਲ, ਕਰ ਲੈਣ ਦਿਓ। ਤੁਸੀਂ ਠੀਕ ਸਵਾਲ ਚੁੱਕਿਆ ਸਰ, ਮੈਂ ਤਾਂ ਚੰਦਰ ਸਾਹਿਬ ਤੁਸੀਂ ਠੀਕ ਸਵਾਲ ਚੁੱਕਿਆ। ਚੰਨੀ ਸਾਹਿਬ ਰਾਮ ਰਹੀਮ ਨੂੰ ਪੰਜਾਬ ਵਿੱਚ ਪ੍ਰੋਡਕਸ਼ਨ ਵਾਰੰਟ ਤੇ ਲਿਆਉਣਾ ਚਾਹੀਦਾ ਕਿ ਨਹੀਂ ਲਿਆਉਣਾ ਚਾਹੀਦਾ? ਬੀਜੇਪੀ ਦਾ ਸਟੈਂਡ। ਇਸ ਸਰਕਾਰ ਦੀ ਜ਼ਿੰਮੇਵਾਰੀ ਹੈ, ਜੇ ਸਰਕਾਰ ਨੂੰ ਕੋਈ ਲੱਗਦਾ ਇੱਥੇ ਤਾਂ ਲਿਆਵੇ, ਕਿਸੇ ਨੂੰ ਕੀ ਇਤਰਾਜ਼ ਹੈ? ਕਾਨੂੰਨੀ ਸਰ ਬੀਜੇਪੀ ਇਹ ਡਿਮਾਂਡ ਕਿਉਂ ਨਹੀਂ ਕਰਦੀ? ਚੰਨੀ ਸਾਹਿਬ ਬੀਜੇਪੀ ਡਿਮਾਂਡ ਕਿਉਂ ਨਹੀਂ ਕਰਦੀ? ਇਹ ਬੀਜੇਪੀ ਡਿਮਾਂਡ ਤਾਂ ਕਰੇ ਜੇ ਬੀਜੇਪੀ ਕੋਈ ਗੱਲ ਕਰਦੀ ਹੋਵੇ ਵੀ ਇਹ ਕੰਮ ਸਰਕਾਰ ਦਾ, ਬੀਜੇਪੀ ਦੇ ਕਹਿਣ ਨਾਲ ਨਾ ਵਾਰੰਟ ਮਿਲਨੇ ਆ ਨਾ ਆਣੇ ਆ। ਬਾਕੀ ਰਹੀ ਗੱਲ ਜਿਹੜੀ ਝਿੰਜਰ ਸਾਹਿਬ, ਨਹੀਂ ਇੱਕ ਮਿੰਟ ਝਿੰਜਰ ਸਾਹਿਬ ਨੂੰ ਛੱਡੋ, ਸਾਹਿਬ ਝਿੰਜਰ ਸਾਹਿਬ ਨੂੰ ਛੱਡੋ। ਚੰਨੀ ਸਾਹਿਬ ਪਹਿਲਾਂ ਆਪਣੇ ਸਵਾਲਾਂ ਦਾ ਜਵਾਬ ਲੈ ਲਈਏ। ਝਿੰਜਰ ਸਾਹਿਬ ਤੋਂ ਮੈਂ ਝਿੰਜਰ ਸਾਹਿਬ ਕੋਲੇ ਬਾਅਦ ਚੱਲੂਗਾ। ਚੰਨੀ ਸਾਹਿਬ ਸਵਾਲ ਬੜਾ ਸਿੱਧਾ ਹੈ, ਰਾਮ ਰਹੀਮ ਦੀ ਪੈਰੋਲ ਦਾ ਪੰਜਾਬ ਬੀਜੇਪੀ ਵੈਲਕਮ ਕਰਦੀ ਹੈ? ਨਹੀਂ, ਪੰਜਾਬ ਬੀਜੇਪੀ ਦਾ ਰਾਮ ਰਹੀਮ ਦੀ ਪੈਰੋਲ ਨਾਲ ਕੋਈ ਸੰਬੰਧ ਨਹੀਂ ਹੈ। ਵਿਰੋਧ ਕਰਦੇ ਹੋ? ਪੰਜਾਬ ਬੀਜੇਪੀ ਦਾ ਰਾਮ ਰਹੀਮ ਦੀ ਪੈਰੋਲ ਨਾਲ ਕੋਈ ਸੰਬੰਧ ਨਹੀਂ ਹੈਗਾ, ਇਹ ਕਲੀਅਰ ਹੈ। ਨਹੀਂ ਵਿਰੋਧ ਕਰਦੇ ਹੋ ਚੰਨੀ ਸਾਹਿਬ ਵਿਰੋਧ ਕਰਦੇ ਹੋ ਪੈਰੋਲ ਦਾ? ਇੱਕ ਮਿੰਟ ਚੰਦਰ ਸਾਹਿਬ, ਇੱਕ ਮਿੰਟ ਰੁਕ ਜਾਓ, ਇਦਾਂ ਨਾ ਕਰੋ। ਹੁਣ ਚੰਦਰ ਸਾਹਿਬ ਇਦਾਂ ਨਾ ਕਰੋ, ਮੈਂ ਤੁਹਾਡੇ ਸਵਾਲ ਲੈ ਰਿਹਾ। ਚੰਦਰ ਸਾਹਿਬ ਇੱਕ ਮਿੰਟ ਰੁਕ ਜਾਓ। ਚੰਨੀ ਸਾਹਿਬ ਵਿਰੋਧ ਕਰਦੇ ਹੋ? ਗੱਲ ਦੇਖੋ, ਤੁਸੀਂ ਵੀ ਪਹਿਲਾਂ ਗੱਲ ਕਰੀ, ਗੱਲ ਹੁੰਦੀ ਹੈ ਫੈਕਟਸ ਤੇ। ਵਿਰੋਧ ਕਰਨਾ ਨਾ ਕਰਨਾ ਇੱਕ ਅਲੱਗ ਗੱਲ ਹੈ, ਗੱਲ ਹੈਗੀ ਫੈਕਟਸ ਤੇ। ਜੋ ਕਾਨੂੰਨੀ ਪ੍ਰਕਿਰਿਆ ਹੈ ਉਹ ਆਪਾਂ ਕਿਸੇ ਨੂੰ ਕੁਝ ਵੀ ਗਲਤ ਠੀਕ ਨਹੀਂ ਕਹਿ ਸਕਦੇ। ਇੱਕ ਮਿੰਟ ਚੰਨੀ ਸਾਹਿਬ ਬੜੇ ਸਿਆਣੇ ਹੋ। ਚੰਨੀ ਸਾਹਿਬ ਬੜੇ ਸਿਆਣੇ। ਚੰਦਰ ਸਾਹਿਬ ਇੱਕ ਮਿੰਟ ਰੁਕ ਜਾਓ। ਚੰਦਰ ਸਾਹਿਬ ਇਦਾਂ ਨਾ ਕਰੋ, ਮੈਨੂੰ ਪਤਾ ਤੁਹਾਡੀ ਬੜੀ ਤਿਆਰੀ ਹੈ। ਚੰਦਰ ਸਾਹਿਬ ਰੁਕ ਜਾਓ ਪਲੀਜ਼। ਚੰਦਰ ਸਾਹਿਬ ਰੁਕ ਜਾਓ। ਚੰਦਰ ਸਾਹਿਬ ਰੁਕ ਜਾਓ, ਇਦਾਂ ਨਹੀਂ ਕੰਮ ਚੱਲਣਾ। ਚੰਦਰ ਸਾਹਿਬ ਪਲੀਜ਼ ਰੁਕ ਜਾਓ। ਚੰਨੀ ਸਾਹਿਬ ਤੁਸੀਂ ਕਹਿ ਰਹੇ ਹੋ ਕਾਨੂੰਨੀ ਪ੍ਰਕਿਰਿਆ, ਇਹ ਕਾਨੂੰਨੀ ਪ੍ਰਕਿਰਿਆ ਜਾਂ ਪ੍ਰਸ਼ਾਸਨਿਕ ਫੈਸਲਾ, ਸਿਆਸੀ ਫੈਸਲਾ? ਚੰਨੀ ਸਾਹਿਬ ਨਹੀਂ, ਇਹ ਕਾਨੂੰਨੀ ਪ੍ਰਕਿਰਿਆ ਕਰਨੀ ਪ੍ਰਸ਼ਾਸਨ ਨਹੀਂ ਹੁੰਦੀ ਹੈ। ਇਹ ਜਿਹੜੀ ਵੀ ਕਾਨੂੰਨੀ ਪ੍ਰਕਿਰਿਆ ਹੈ ਉਹਨੂੰ ਪ੍ਰਸ਼ਾਸਨ ਨੇ ਲਾਗੂ ਕਰਨਾ ਹੁੰਦਾ ਹੈ। ਇਹਨੂੰ ਦੋ ਚੀਜ਼ਾਂ 'ਚ ਨਾ ਗਿਣੋ ਤੁਸੀਂ। ਜਿਹੜੀ ਕਾਨੂੰਨੀ ਪ੍ਰਕਿਰਿਆ ਪ੍ਰਸ਼ਾਸਨ ਨੇ ਲਾਗੂ ਕਰਨੀ ਹੁੰਦੀ ਹੈ। ਤੇ ਚੰਨੀ ਸਾਹਿਬ ਫਿਰ ਖੱਟਰ ਸਾਹਿਬ ਨੂੰ ਆਪਾਂ ਗੁਲਦਸਤਾ ਦੇ ਦਈਏ ਵੀ ਤੁਸੀਂ ਬਹੁਤ ਵਧੀਆ ਕੰਮ ਕਰਦੇ ਪਏ ਹੋ, ਤੁਸੀਂ ਪੈਰੋਲ ਦਿੰਦੇ ਪਏ ਬਾਰ-ਬਾਰ? ਇਸ ਗੱਲ 'ਚ ਬਿਲਕੁਲ ਕੋਈ ਗੁਲਦਸਤਾ ਦੇਣ ਵਾਲੀ ਗੱਲ ਨਹੀਂ, ਕੋਈ ਉਹਨੂੰ ਕਰਨ ਵਾਲੀ ਗੱਲ ਨਹੀਂ। ਜੇ ਰਾਮ ਰਹੀਮ ਨੇ ਗਲਤੀ ਕੀਤੀ ਤਾਂ ਉਹਨੂੰ ਸਜ਼ਾ ਮਿਲੀ। ਦੇਖੋ ਉਹਨੂੰ ਸਜ਼ਾ ਮਿਲੀ ਹੋਈ ਹੈ, ਅਸੀਂ ਉਹਨੂੰ ਗਲਤ ਠੀਕ ਨਹੀਂ ਕਹਿੰਦੇ। ਜੇ ਉਹਨੇ ਗਲਤੀ ਕੀਤੀ ਉਹਨੂੰ ਸਜ਼ਾ ਮਿਲੀ, ਉਹ ਸਜ਼ਾ ਭੁਗਤ ਰਿਹਾ ਹੈ। ਜੇ ਕੋਈ ਕਾਨੂੰਨੀ ਉਹਨੂੰ ਰਾਹਤ ਮਿਲਦੀ ਹੈ, ਅਸੀਂ ਉਹਨੂੰ ਕਿਵੇਂ ਕਰਦੇ? ਕਿਉਂਕਿ ਹਾਈ ਕੋਰਟ 'ਚ ਵੀ ਉਹਦੇ ਰਿਟਾਂ ਪਈਆਂ, ਹੁਣ ਵੀ ਰਿਟ ਪਈ, ਉਹ ਵੀ ਹਾਈ ਕੋਰਟ ਨੇ ਖਾਰਜ ਕਰਤੀ। ਉਹਨੇ ਕਿਹਾ ਕਿ ਤੁਸੀਂ ਕਾਨੂੰਨੀ ਇਨਸਾਫ ਦੀ ਪ੍ਰਕਿਰਿਆ ਦਖਲ ਨਹੀਂ ਦੇ ਸਕਦੇ। ਐਚਸੀ ਅਰੋੜਾ ਏਡੇ ਸੀਨੀਅਰ ਵਕੀਲ ਨੇ, ਉਹਨਾਂ ਰਿਟ ਪਾਈ, ਉਹ ਵੀ ਰਿਟ ਹਾਈ ਕੋਰਟ ਨੇ ਖਾਰਜ ਕਰ ਦਿੱਤੀ। ਅਸੀਂ ਕਿਵੇਂ ਉਹਨੂੰ ਕਹਿ ਸਕਦੇ ਹਾਂ? ਰਹੀ ਗੱਲ ਝਿੰਜਰ ਸਾਹਿਬ ਦੀ, ਝਿੰਜਰ ਸਾਹਿਬ ਬੀਜੇਪੀ ਕਰੀ ਜਾਂਦੇ ਨੇ, ਬੀਜੇਪੀ ਨੇ ਕੀਤਾ। ਇਹ ਸਾਰੇ ਸਿਆਪੇ ਦੀ ਜੜ ਜਿਹੜੀ ਹੈ ਉਹ ਅਕਾਲੀ ਦਲ ਹੈ। ਚਲੋ ਇਹ ਅਕਾਲੀ ਦਲ ਉਹਨੂੰ ਮਾਫ ਕਰਦਾ ਨਾ। ਇਹ ਗੱਲਾਂ ਇੱਥੇ ਆਉਂਦੀਆਂ ਸਿੱਖਾਂ ਨਾਲ ਪੰਗਾ ਪੈਂਦਾ। ਚਲੋ ਚੰਨੀ ਸਾਹਿਬ ਰੁਕ ਜਾਓ। ਹੁਣ ਚੰਦਰ ਸਾਹਿਬ ਤੁਸੀਂ ਵੀ ਰੁਕ ਜਾਓ। ਚੰਨੀ ਸਾਹਿਬ ਚੰਦਰ ਸਾਹਿਬ ਦੋਨੋਂ ਰੁਕ ਜਾਓ। ਚੰਦਰ ਸਾਹਿਬ ਇੱਕ ਮਿੰਟ ਸ਼ਾਂਤੀ ਰੱਖੋ। ਚੰਦਰ ਸਾਹਿਬ ਸ਼ਾਂਤੀ ਰੱਖੋ। ਕਿਸੇ ਨੂੰ ਸਮਝ ਹੀ ਨਹੀਂ ਆਉਣਾ ਕੁਝ। ਚੰਦਰ ਸਾਹਿਬ ਸ਼ਾਂਤੀ ਰੱਖੋ। ਚੰਦਰ ਸਾਹਿਬ ਮੈਂ ਆ ਜਾਊਗਾ ਤੁਹਾਡੇ ਕੋਲੇ, ਆ ਜਾਊਗਾ। ਮੈਂ ਕਾਂਗਰਸ ਨੂੰ ਜੁਆਇਨ ਕਰਾ ਲਾਂ। ਇੱਕ ਮਿੰਟ ਚੰਦਰ ਸਾਹਿਬ, ਇੱਕ ਮਿੰਟ ਪਲੀਜ਼। ਖੜਿਆਲ ਸਾਹਿਬ ਕਾਂਗਰਸ ਦਾ ਸਟੈਂਡ ਕੀ ਹੈ? ਪੈਰੋਲ ਦਾ ਵੈਲਕਮ ਕਰਦੀ ਹੈ ਕਾਂਗਰਸ? ਦੇਖੋ, ਐਸ ਫਾਰ ਐਸ ਪੈਰੋਲ ਗੋਜ਼, ਰਾਮ ਰਹੀਮ ਜੀ ਨੂੰ 14 ਮਹੀਨਿਆਂ ਦੇ ਵਿੱਚ 4 ਪੈਰੋਲ ਦਿੱਤੀਆਂ ਜਾ ਚੁੱਕੀਆਂ ਤੇ ਜੇ ਆਪਾਂ ਕਹੀਏ 3 ਮਹੀਨਿਆਂ ਦੇ ਵਿੱਚ 2 ਪੈਰੋਲ ਦਿੱਤੀਆਂ ਜਾ ਚੁੱਕੀਆਂ। ਜੇ ਇਹਨੂੰ ਕੰਪੇਅਰ ਕੀਤਾ ਜਾਵੇ ਦੂਜੇ ਲੋਕਾਂ ਨਾਲ, ਦੂਜੇ ਕਨਵਿਕਟਸ ਨਾਲ, ਤੁਸੀਂ ਦੇਖੋਗੇ ਬਹੁਤ ਜ਼ਿਆਦਾ ਐਕਸੈਸ ਦੇ ਵਿੱਚ ਹੈ। ਇੰਨਾ ਹੀ ਪੈਰੋਲ ਆਮ ਕਨਵਿਕਟ ਨੂੰ ਨਹੀਂ ਮਿਲਦੀ। ਜੇ ਇੱਕ ਪੈਰੋਲ ਮਿਲ ਜੇ ਆਮ ਕਨਵਿਕਟ ਨੂੰ ਬਹੁਤ ਵੱਡੀ ਗੱਲ ਹੁੰਦੀ ਹੈ। ਤੇ ਜੇ ਕਨਵਿਕਟ ਨੂੰ ਪੈਰੋਲ ਚਾਹੀਦੀ ਹੈ, ਉਹਦੇ ਲਈ ਡਾਇਰ ਸਰਕਮਸਟੈਂਸਸ ਸ਼ੋ ਕਰਨ ਦੀ ਜ਼ਰੂਰਤ ਪੈਂਦੀ ਹੈ। ਵੀ ਕੋਈ ਐਮਰਜੈਂਸੀ ਹੈ, ਕਿਸੇ ਦਾ ਦੇਹਾਂਤ ਹੋ ਗਿਆ ਪਰਿਵਾਰ ਦੇ ਵਿੱਚ, ਕੋਈ ਵਿਆਹ ਆ ਗਿਆ, ਕੋਈ ਜ਼ਮੀਨ ਦਾ ਇਸ਼ੂ ਹੈ, ਕੋਈ ਬਹੁਤ ਹੀ ਡਾਇਰ ਸਰਕਮਸਟੈਂਸਸ ਸ਼ੋ ਕਰਨੀਆਂ ਪੈਂਦੀਆਂ। ਉਹ ਤੋਂ ਬਾਅਦ ਜਾ ਕੇ ਪੈਰੋਲ ਮਨਜ਼ੂਰ ਹੁੰਦੀ ਹੈ। ਪੈਰੋਲ ਦਿੰਦੀ ਕੌਣ ਹੈ? ਸਟੇਟ ਦੀ ਸਰਕਾਰ ਅਪਰੂਵ ਕਰਦੀ ਹੈ ਪੈਰੋਲ ਨੂੰ। ਜਦੋਂ ਖੱਟਰ ਸਾਹਿਬ ਨੂੰ ਇਹ ਸਵਾਲ ਪੁੱਛਿਆ ਗਿਆ ਵੀ ਪੈਰੋਲ ਤੇ ਤੁਹਾਡਾ ਸਟੈਂਡ ਕੀ ਹੈ, ਪੈਰੋਲ ਬਾਰੇ ਕੀ ਤੁਹਾਡਾ ਬਿਆਨ ਹੈ, ਖੱਟਰ ਸਾਹਿਬ ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ, ਮੈਨੂੰ ਤਾਂ ਤੁਹਾਡੇ ਤੋਂ ਪਤਾ ਲੱਗਿਆ ਮੀਡੀਆ ਤੋਂ। ਜਿਹਦੀ ਸਰਕਾਰ ਹੋਵੇ ਤੇ ਸਰਕਾਰ ਦੇ ਸੀਐਮ ਜਿਹੜੇ ਕਹਿਣ ਵੀ ਮੈਨੂੰ ਤਾਂ ਪਤਾ ਹੀ ਨਹੀਂ ਵੀ ਪੈਰੋਲ ਦਿੱਤੀ ਜਾ ਚੁੱਕੀ ਹੈ, ਤੋਂ ਕਲੀਅਰ ਹੋ ਜਾਂਦਾ ਹੈ ਕਿ ਬੀਜੇਪੀ ਖੁੱਲੇਆਮ ਸ਼ਰੇਆਮ ਰਾਜਨੀਤੀ ਕਰੀ ਹੈ। ਕਿਉਂਕਿ ਸਟੇਟ ਗਵਰਨਮੈਂਟ ਨੇ ਤਾਂ ਅਪਰੂਵਲ ਦੇਣਾ ਹੈ ਜਾਂ ਸਟੇਟ ਗਵਰਨਮੈਂਟ ਨੇ ਡਿਕਲਾਈਨ ਕਰ ਦੇਣਾ ਹੈ। ਤੇ ਮੇਰਾ ਬੀਜੇਪੀ ਨੂੰ ਪਹਿਲਾ ਸਵਾਲ ਇਹ ਹੈ ਕਿ ਇੱਕ ਬੰਦਾ ਦੱਸ ਦਿਓ
ਜਿਹਨੂੰ ਇੰਨੀ 14 ਮਹੀਨਿਆਂ ਦੇ ਵਿੱਚ 4 ਵਾਰੀ ਪੈਰੋਲ ਮਿਲੀ ਹੋਵੇ, ਇੱਕ ਬੰਦਾ ਦੱਸ ਦੋ। ਮੈਂ ਇੱਥੇ ਹੋਰ ਕੋਈ ਬਿਆਨ ਨਹੀਂ ਦਊਂਗਾ, ਇਹ ਲਾਦਰ ਅਪੋਲੋਜਾਈਜ਼। ਚਲ ਦੂਜੀ ਗੱਲ, ਮੈਨੂੰ ਬੀਜੇਪੀ ਦੱਸੇ ਵੀ ਜਿਹੜੀ ਇਹਨਾਂ ਨੇ ਰਾਮ ਰਹੀਮ ਜੀ ਨੇ ਸਿਚੁਏਸ਼ਨ ਦੱਸੀ ਹੈ ਕਿ ਇਹ ਡਾਇਰ ਸਰਕਮਸਟੈਂਸਿਸ ਦੇ ਵਿੱਚ ਕਾਊਂਟ ਹੁੰਦੀ ਹੈ, ਉਹਨਾਂ ਨੇ ਬਰਥ ਐਨੀਵਰਸਰੀ ਅਟੈਂਡ ਕਰਨੀ ਸੀਗੀ। ਕੀ ਇਹ ਐਮਰਜੈਂਸੀ ਸਿਚੁਏਸ਼ਨ ਹੈ? ਕੀ ਇਹ ਦੂਜੀ ਸਿਚੁਏਸ਼ਨ ਵਾਂਗੂ ਕੁਆਲੀਫਾਈ ਕਰਦੀ ਹੈ? ਤੇ ਐਸੇ ਬੰਦੇ ਪੈਰੋਲ ਦੀ ਉਡੀਕ ਕਰ ਰਹੇ ਹੈ ਜਿੰਨਾ ਦੀ ਕੋਈ ਕਿਸੇ ਦੇ ਘਰ ਚ ਬਾਪ ਗੁਜ਼ਰ ਗਿਆ, ਚੂਲਾ ਨਹੀਂ ਚੱਲ ਰਿਹਾ, ਲੋਕ ਭੁੱਖੇ ਮਰ ਰਹੇ, ਉਹਨੂੰ ਪੈਰੋਲ ਮਿਲਦੀ ਨਹੀਂ। ਦੂਜਾ ਤੇ ਸਿੱਧੂ ਸਾਹਿਬ ਦੀ ਪ੍ਰੀ ਮੈਚੁਰ ਰਿਲੀਜ਼ ਅਜੇ ਤੱਕ ਵੀ ਸੀਐਮ ਆਫਿਸ ਨੇ ਕਲੀਅਰ। चलो मैं आ जाना वापस आने, एक ब्रेक ले लेने दो, ब्रेक तो वापस होना। बहुत सारे सवाल है गए। सवाल ये किया गया कांग्रेस वालों कि 14 महीने चौथी बार इन्नी पैरोल है किसी होर नूं मिली है। उस सवाल का जवाब ये भी दिता जाऊगा शायद बीजेपी वालों, जो उन्होंने पता होगा कि नियम है जोड़े हरियाणा में नवे बने हैं, इस आधार पर पैरोल मिलती पई है। वापस आ रहा सवाल बहुत सारे। एक बार फिर तुहाडा स्वागत करते हैं। तो बड़ा सवाल तुहाडे सामने पिया, संगीन गुनाहां दे दोषी राम रहीम की पैरोल ते पॉलिटिक्स का टारगेट किया। प्रोफेसर मनजीत सिंह जिहड़ा कांग्रेस ने सवाल किया है कि 14 महीने चौथी बार बाहर क्यों आया राम रहीम, सवाल है प्रोफेसर मनजीत सिंह, वो कह देंगे हरियाणा के नवे नियम बनाए है, उस तहत ये पैरोल दी जा रही है। प्रोफेसर मनजीत सिंह, जे इहनूं चैलेंज करना कोर्ट में, जे चैलेंज उत्थे एक्सैप्ट हो रहा तो करो, नहीं तो सिर्फ कोरी पॉलिटिक्स है। प्रोफेसर मनजीत सिंह नहीं, इस तरह तो नहीं है। ये सारिਆਂ ਨੂੰ पता आ कि साडे ਜਿਹੜੇ पॉलिटिशियन है ਜਾਂ पॉलिटिकल पार्टियां, ਉਹਨਾਂ ਦੇ ਅੰਦਰ ਨਿਗਾਰ ਇੰਨਾ ਆ ਗਿਆ। ਸੱਚੀ ਗੱਲ ਹੈ, ਜੇ ਮੈਂ ਗਲਤ ਹੋਵਾਂ ਤੇ ਮਾਫੀ ਨਾਲ ਗੱਲ ਕਰਦਾ। ਨਿਗਾਰ ਇੰਨਾ ਆ ਗਿਆ, ਉਹਨਾਂ ਨੂੰ ਆਪਣੇ ਕਾਡਰ ਤੇ ਵਿਸ਼ਵਾਸ ਨਹੀਂ, ਉਹਨਾਂ ਨੂੰ ਲੋਕਾਂ ਤੇ ਵਿਸ਼ਵਾਸ ਨਹੀਂ, ਉਹਨਾਂ ਨੂੰ ਆਪਣੇ ਵਿਕਾਸ ਦੇ ਕੀਤੇ ਵਾਅਦਿਆਂ ਤੇ ਵਿਸ਼ਵਾਸ ਨਹੀਂ। ਉਹਨਾਂ ਨੂੰ ਵਿਸ਼ਵਾਸ ਕਾਹਦੇ ਤੇ ਆ? ਗੈਂਗਸਟਰ ਆ ਗਏ ਆ, ਮਾਫੀਏ ਦਾ ਇਕੱਠਾ ਕੀਤਾ ਹੋਇਆ ਪੈਸਾ ਉਹਦੇ ਤੇ ਹੈ, ਮਸਲ ਪਾਵਰ ਤੇ ਆ। ਜਦੋਂ ਇਹ ਵੀ ਥੋੜਾ ਪੈ ਜਾਂਦਾ ਫਿਰ ਬਾਬੇ ਹੈਗੇ ਆ, ਤੇ ਜੇ ਇਹ ਵੀ ਥੋੜਾ ਪੈ ਜੇ ਤਾਂ ਫਿਰ ਚਵਾਤੀ ਧਰਮ ਦੀ ਤੜਕਾ ਤੇ ਨਫ਼ਰਤ ਦਾ ਤੜਕਾ ਤੇ ਜਾਤ ਦਾ ਤੜਕਾ। ਇਹ ਸਾਡੀ ਰਾਜਨੀਤੀ ਇੱਥੇ ਆ ਕੇ ਖੜ ਗਈ ਹੈ। ਜੇ ਨਹੀਂ ਤੇ ਮੈਨੂੰ ਸਗੋਂ ਸਮਝਾ ਦੇਣ, ਮੇਰੇ ਮਨ 'ਚ ਤੇ ਇੰਝ ਆਉਂਦਾ। ਨਹੀਂ ਤੇ ਕਿਹੜੀ ਪਾਰਟੀ ਹੈ ਜਿਹੜੀ ਇਹਦੇ ਗੋਡੇ ਨਹੀਂ ਘੁੱਟਦੀ ਬਾਬੇ ਦੇ? ਤੇ ਬਾਬੇ ਦੀਆਂ ਕਰਤੂਤਾਂ ਸਾਨੂੰ ਦਿਖਦੀਆਂ ਸਾਰਿਆਂ ਸਾਹਮਣੇ ਨੂੰ, ਕਿਸੇ ਦੀ ਜ਼ਰੂਰਤ ਨਹੀਂ ਪੈਂਦੀ। ਅੱਜ ਮਜਬੂਰਨ ਅਕਾਲੀ ਦਲ ਇਹ ਗੱਲ ਕਹਿ ਰਹੇ ਆ, ਆਪਾਂ ਨੂੰ ਸਾਰਿਆਂ ਨੂੰ ਪਤਾ ਇਹ ਉਹੀ ਅਕਾਲੀ ਦਲ ਆ ਜਿਹਦੀ ਅੱਜ ਇੰਨੀ ਰਾਜਨੀਤਿਕ ਕਮਜ਼ੋਰੀ ਹੋਈ। ਤੇ ਉਹਦਾ ਇੱਕ ਵੱਡਾ ਕਾਰਨ ਇਹ ਬਾਬਾ ਸੀ ਜਿਹੜਾ ਜੋੜਾਂ 'ਚ ਬੈਠਾ, ਜਿੱਥੋਂ ਸਾਰੀ ਗੱਲ ਬਰਗਾੜੀ ਵਾਲੀ ਅੱਗੇ ਤੋਂ ਅੱਗੇ ਸਾਰਾ ਕੁਝ ਚੱਲਿਆ। ਅਕਾਲੀ ਦਲ ਤਾਂ ਪ੍ਰੋਫੈਸਰ ਮਨਜੀਤ ਸਿੰਘ, ਅਕਾਲੀ ਦਲ ਅੱਗੋਂ ਸਵਾਲ ਕਰਦਾ, ਅਕਾਲੀ ਦਲ ਅੱਗੋਂ ਸਵਾਲ ਕਰਦਾ ਹੈ ਕਿ ਅਸੀਂ ਤਾਂ ਸਵਾਲ ਪੁੱਛਣ ਵਾਲੇ ਆ, ਤੁਸੀਂ ਸਾਨੂੰ ਉਲਟਾ ਸਵਾਲ ਪੁੱਛਦੇ ਹੋ। ਪ੍ਰੋਫੈਸਰ ਮਨਜੀਤ ਸਿੰਘ, ਉਹ ਜੇ ਕਹਿੰਦੇ ਆ ਸਾਡੇ ਤੋਂ ਗਲਤੀ ਹੋ ਗਈ, ਹੁਣ ਟਰੈਕ ਤੇ ਆਉਣ ਦੀ ਕੋਸ਼ਿਸ਼ ਕਰਦੇ ਪਏ, ਤੁਸੀਂ ਟਰੈਕ ਤੇ ਵੀ ਨਹੀਂ ਆਉਣ ਦੇਣਾ ਚਾਹੁੰਦੇ ਉਹਨਾਂ ਨੂੰ? ਨਹੀਂ, ਬਿਲਕੁਲ ਜੀ ਸਦਕੇ ਆਉਣ। ਪਰ ਜਦੋਂ ਤੁਸੀਂ ਇੰਨਾ ਇੱਕ ਵਾਰੀ ਨੰਗਾ ਚਿੱਟਾ ਪਿੱਛੇ ਹਟ ਜਾਂਦੇ ਹੋ ਉਸ ਜਗ੍ਹਾ ਤੋਂ, ਫਿਰ ਲੋਕਾਂ ਦਾ ਭਰੋਸਾ ਜਿੱਤਣ ਲਈ ਕੁਝ ਉਹਦੇ ਨਾਲ ਵੱਡਾ ਕਰਨਾ ਪਊ, ਤਾਂ ਹੀ ਤੇ ਭਰੋਸਾ ਹੋਊਗਾ। ਜੇ ਤੁਸੀਂ ਗੱਲਾਂ ਨਾਲ ਜਾਂ ਸਿਰਫ ਬਿਆਨ ਦੇ ਨਾਲ ਜਾਂ ਉਹਨੂੰ ਥੋੜਾ ਜਿਹਾ ਇੰਜ ਕਰਕੇ ਆ ਤੁਹਾਡੇ ਸਾਹਮਣੇ ਹੁਣ ਅਜੇ ਵੀ ਇਹਨਾਂ ਨੂੰ ਇਹ ਮੁਸ਼ਕਲ ਆ ਰਹੀ ਆ ਵੀ ਉਹਨੂੰ ਪੰਜਾਬ ਬਾਰੇ ਕੁਝ ਕਹੀਏ, ਪੰਜਾਬ 'ਚ ਬੁਲਾਉਣ ਦੀ ਗੱਲ ਕਹੀਏ, ਕੋਈ ਤਕੜੇ ਤੌਰ ਤੇ ਸਟੈਂਡ ਲੈਣ ਦੀ ਕਹੀਏ, ਥਿੜਕਣ ਆ ਰਹੀ ਹੈ। ਉਹ ਕਹਿੰਦੇ ਕਲਕੱਤੇ ਚਲੇ ਜਾਓ ਜਾਂ ਪੱਛਮੀ ਬੰਗਾਲ ਚਲੇ ਜਾਓ ਜਾਂ ਉੱਥੇ ਕਿਤੇ ਹੋਰ ਜਜ਼ੀਰੇ ਤੇ ਛੱਡ ਦਿਓ ਜੀ। ਇਸੇ ਤਰੀਕੇ ਨਾਲ ਬੀਜੇਪੀ ਉਹ ਕਹਿੰਦੇ ਜੀ ਕਾਨੂੰਨ ਕਾਰਵਾਈ ਅਸੀਂ ਥੋੜੀ ਕਰ, ਸਰਕਾਰ ਕਰ ਰਹੀ ਆ, ਬਾਹਰ ਛੱਡ ਰਹੀ ਆ, ਕਿਹੜੇ ਕੰਮ ਤੇ ਛੱਡ ਰਹੀ ਆ? ਹੁਣ ਗੱਲ ਬੜੀ ਸਾਫ਼ ਹੈਗੀ ਆ ਕਿ ਗੁਰੂ ਰਵਿਦਾਸ ਜੀ ਹੈਗੇ ਆ, ਉਹ ਦੇਖੋ ਸਾਰੇ ਪ੍ਰਮਾਣਿਤ ਹੈਗੇ, ਉਹ ਕਿਸੇ ਦੇ ਨਿੱਜੀ ਨਹੀਂ ਹੈ, ਨਾ ਅਕਾਲੀ ਦਲ ਦੇ ਆ ਨਾ ਸਿੱਖਾਂ ਦੇ ਆ, ਉਹ ਜਨਤਾ ਦੇ ਆ। ਸਿੱਖਾਂ ਨੂੰ ਉਹ ਚੰਗੇ ਲੱਗੇ, ਅਸੀਂ ਗੁਰਬਾਣੀ ਦੇ ਵਿੱਚ ਉਹਨਾਂ ਨੂੰ ਦਰਜ ਕੀਤਾ, ਪਰ ਉਹ ਅਦਰਵਾਈਜ਼ ਉਹ ਉਹਨਾਂ ਦੇ ਅਲੱਗ ਕਿਸਮ ਦੇ ਗੁਰਦੁਆਰੇ ਵੀ ਹੈ, ਡੇਰੇ ਵੀ ਹੈ, ਸਭ ਕੁਝ। ਉਹ ਜਿਹੜੀ ਜਨਤਾ ਉਹਨਾਂ ਨੂੰ ਮੰਨਦੀ ਆ, ਉਹਨਾਂ ਦੇ ਜਿਹੜੇ ਨਹੀਂ ਮੰਨਦੇ ਉਹਨਾਂ ਦੇ ਉਹ ਨਹੀਂ ਹੈਗੇ। ਕਿਉਂਕਿ ਬਹੁਤ ਸਾਰੀ ਫਾਲੋਇੰਗ ਦਲਿਤ ਫਾਲੋਇੰਗ ਬਾਬਾ ਜੀ ਦੀ ਹੈ, ਉਸ ਨੂੰ ਉੱਥੇ ਲਿਜਾ ਕੇ ਨਾਲ ਬੀਜੇਪੀ ਖੜੀ ਹੋ ਕੇ ਉਹ ਵੋਟਾਂ ਦੀ ਇੱਕ ਵੋਟ ਬੈਂਕ ਦੀ ਪਾਲਿਸੀ ਉਹਨੂੰ ਲਾਗੂ ਕਰ ਰਿਹਾ। ਇਹ ਤੋਂ ਵੱਧ ਮੈਨੂੰ ਦੱਸੋ ਹੋਰ ਕੀ ਹੈਗਾ? ਕਿਹੜੀ ਇੰਡੀਆ ਇੱਕ ਮਿੰਟ ਮੈਨੂੰ ਪ੍ਰਸ਼ਨ ਦੱਸੋ। ਇੱਕ ਗੱਲ ਇਹ ਆ ਰਹੀ ਹੈ ਕਿ ਜਲੰਧਰ ਜਿਮਣੀ ਚੋਣ ਕਰਕੇ ਰਾਮ ਰਹੀਮ ਨੂੰ ਬਾਹਰ ਭੇਜਿਆ ਗਿਆ, ਜਦ ਕਿ ਸਵਾਲ ਇਹ ਉੱਠਦਾ ਪਿਆ ਕਿ ਬਰਥ ਐਨਵਰਸਰੀ ਵਿੱਚ ਸ਼ਾਮਲ ਹੋਣਾ ਸੀ, ਇਸ ਕਰਕੇ ਬਾਹਰ ਭੇਜਿਆ ਗਿਆ। ਹੁਣ ਇਹ ਵੋਟਾਂ ਦਾ ਕਨੈਕਸ਼ਨ ਹੈ, ਇਲੈਕਸ਼ਨ ਦਾ ਕਨੈਕਸ਼ਨ ਹੈ, ਅਸਲ 'ਚ ਹੈ ਕੀ ਹੈ ਪ੍ਰੋਫੈਸਰ ਮਨਜੀਤ ਸਿੰਘ? ਸੁਣੋ,
ਹੈ ਬਹੁਤ ਸਾਰਾ ਹੈ। ਹਾਂ ਆ ਹੁਣੇ ਮੈਨੂੰ ਬਾਈ ਚਾਂਸ ਨਿਗਾਹ ਪੈ ਗਿਆ, ਐਡੀ ਲੰਮੀ ਕਿਰਪਾਨ ਚੱਕ ਕੇ ਖੜੇ ਹੋ ਕੇ ਕੇਕ ਕੱਟ ਕੇ ਖਾਣ, ਜਿਹੜਾ ਖਾਣਾ। ਪ੍ਰਸਮਜੀਤ ਸਿੰਘ, ਮੈਨੂੰ ਇੱਕ ਸ਼ਬਦ ਤੇ ਇਤਰਾਜ਼ ਹੈ ਪ੍ਰਸਮਜੀਤ ਸਿੰਘ, ਹੋ ਸਕਦਾ ਮੈਂ ਗਲਤ ਹੋਵਾਂ, ਤੁਸੀਂ ਬੜੇ ਸਿਆਣੇ ਹੋ ਪ੍ਰਸਮਜੀਤ ਸਿੰਘ। ਕਿਰਪਾਨ ਨਾ ਕਹੋ ਸਰ, ਕਿਰਪਾਨ ਦਾ ਮਤਲਬ ਜੋ ਮੈਂ ਸੁਣਿਆ ਸਰ ਤੇ ਸਮਝਿਆ, ਕਿਰਪਾ ਆਣ ਹੁੰਦਾ ਉਹਦਾ ਮਤਲਬ। ਸਰ ਇਹ ਤਲਵਾਰ ਕਹਿ ਸਕਦੇ ਹੋ ਤੁਸੀਂ ਪ੍ਰਸਮਜੀਤ ਸਿੰਘ, ਮਾਫ ਕਰਨਾ ਸਰ, ਤੁਸੀਂ ਬੜੇ ਸਿਆਣੇ ਹੋ ਪ੍ਰਸਮਜੀਤ ਸਿੰਘ, ਮਾਫ। ਤਲਵਾਰ ਕਹਿ ਦਿੰਦੇ ਆ, ਮੇਰੀਆਂ ਬਹੁਤ ਸਾਰੀਆਂ ਕਮੀਆਂ ਹੋ ਸਕਦੀਆਂ, ਜੇ ਮੈਂ ਗਲਤ ਆ ਤੇ ਮੈਂ ਇਹਦੇ ਬਾਅਦ ਵਿੱਚ ਹੋਰ ਵੀ ਤੁਹਾਡੇ ਕੋਲ ਇਹਦੇ ਬਾਰੇ ਲੈਸਨ ਲੈ ਲੂੰਗਾ। ਸਵਾਲ ਇਹ ਨਾ ਕਿ ਜੇ ਤਲਵਾਰ ਕਹਿੰਦੇ ਆ ਤੇ ਉਹਦੇ ਨਾਲ ਜਿਸ ਤਰ੍ਹਾਂ ਕੀਤਾ ਹੈਗਾ, ਉਹ ਚੜਾਉਣ ਵਾਲੀ ਗੱਲ ਹੈਗੀ ਹੈ, ਬਿਲਕੁਲ ਚੜਾਉਣ ਵਾਲੀ ਗੱਲ ਹੈ ਕਿ ਆਹ ਦੇਖੋ ਮੈਂ ਖੜਾ, ਮੈਨੂੰ ਕਰੋ ਕੀ ਕਰਦੇ। ਨਹੀਂ, ਅਕਾਲੀ ਦਲ ਦਾ ਇਹ ਸਹੀ ਸਟੈਂਡ ਹੈ, ਤਲਵਾਰ ਵਾਲਾ ਸਟੈਂਡ ਅਕਾਲੀ ਦਲ ਦਾ ਸਹੀ ਹੈ ਇਹ? ਨਹੀਂ, ਮੇਰਾ ਖਿਆਲ ਹੈ ਕਿ ਉਹਦਾ ਮਤਲਬ ਕੀ ਹੈ, ਜੇ ਤੁਸੀਂ ਬਾਹਰ ਆਏ ਆ, ਕਿਸੇ ਦੀ ਐਨਵਰਸਰੀ ਮਨਾਉਣ ਆਏ ਆ ਤੇ ਤੁਸੀਂ ਕਰੋ, ਪਰ ਉੱਥੇ ਇਹੋ ਜੀ ਦਾਦਾਗਿਰੀ ਦਿਖਾਉਣੀ ਤੇ ਬਿਲਕੁਲ ਜਿੱਥੇ ਉਹਨਾਂ ਨੇ ਨਿਸ਼ਾਨਾ ਮਾਰਨਾ ਸੀ, ਤੇ ਜਿਹੜਾ ਬੀਜੇਪੀ ਨੇ ਵੀ ਉਹਨਾਂ ਨੂੰ ਛਤਰ ਛਾਇਆ ਆਪਣੇ ਕਲਾਵੇ 'ਚ ਲੈ ਕੇ ਮਰਵਾਇਆ ਵੀ, ਮੈਂ ਕਹੂੰਗਾ, ਕਿਉਂਕਿ ਫਾਇਦਾ ਕਿਹਨੂੰ ਆ? ਇਸ ਕਿਸਮ ਦੀ ਪੋਲਰਾਈਜੇਸ਼ਨ ਹੋਊਗੀ, ਜਿੰਨੇ ਅਕਾਲੀ ਦਲ ਥੋੜਾ ਜਿਹਾ ਹੋਰ ਦੁਖੀ ਹੋਣਗੇ, ਜਿੰਨੇ ਬਿਆਨਬਾਜ਼ੀ ਕਰਨਗੇ ਇੰਜ ਕਰਤਾ ਤੇ ਬੀਜੇਪੀ ਨੂੰ ਉਹਦਾ ਲਾਹਾ ਹੀ ਆ ਕਿ ਹੁਣ ਜਿਹੜਾ ਇੱਕ ਮਿੰਟ ਮੈਂ ਥੋੜਾ ਕਨਫਿਊਜ਼ ਆ, ਮੈਨੂੰ ਦੂਰ ਕਰ ਦਿਓ ਕਨਫਿਊਜ਼ਨ ਮੇਰੀ। ਪ੍ਰਸਮਜੀਤ ਸਿੰਘ, ਅਕਾਲੀ ਦਲ ਤੇ ਬੀਜੇਪੀ ਨੂੰ ਇਸ ਪੋਲਿਟਿਕਸ ਦੇ ਵਿਚਾਲੇ ਕੋਈ ਫਾਇਦਾ ਹੋਊਗਾ? ਦੋਨਾਂ ਨੂੰ ਫਾਇਦਾ ਹੋਊਗਾ? ਬਿਲਕੁਲ ਹੁੰਦਾ ਹੈ ਪੋਲਰਾਈਜੇਸ਼ਨ, ਚਲੋ ਕਿਉਂ ਨਹੀਂ ਹੁੰਦਾ ਹੈ? ਚਲੋ ਉਹ ਜਦੋਂ ਇਸ ਗੱਲ ਦਾ ਚੜਾਉਣਗੇ, ਬਿਲਕੁਲ, ਹਾਂਜੀ ਚਲੋ ਠੀਕ ਹੈ ਪ੍ਰਸਮਜੀਤ ਸਿੰਘ, ਜਦੋਂ ਇਸ ਤਰੀਕੇ ਨਾਲ ਚੜਾਉਣਗੇ ਤੇ ਕੁਦਰਤੀ ਹੈ ਕਿ ਉਹ ਪੋਲਰਾਈਜੇਸ਼ਨ ਦੇ ਵਿੱਚ ਰਾਜਨੀਤਿਕ ਲਾਹਾ ਲੈਣ ਦੀ ਇੱਕ ਸਾਫ਼ ਨੀਤੀ ਹੈਗੀ। ਉਹ ਬੀਜੇਪੀ ਦੇ ਇਸ ਕਿਸਮ ਦਾ, ਉਹਨਾਂ ਨੂੰ ਕੋਈ ਇਸ ਗੱਲ ਦੀ ਚਿੰਤਾ ਨਹੀਂ ਹੁੰਦੀ ਹੈ ਪੋਲਰਾਈਜੇਸ਼ਨ। ਮੈਂ ਵਾਪਸ ਆ ਜਾਊਂਗਾ। ਮਿਸਟਰ ਖੜਿਆਲ, ਮੈਂ ਆ ਰਿਹਾ ਅਕਾਲੀ ਦਲ ਬੀਜੇਪੀ ਦੋਨੋਂ को ਲਾਉਂਗਾ ਅਗਲੇ ਸੈਗਮੈਂਟ ਵਿੱਚ। ਮਿਸਟਰ ਖੜਿਆਲ, ਜੋ ਪ੍ਰਸਮਜੀਤ ਸਿੰਘ ਕਹਿ ਰਹੇ ਹੈ ਕਿ ਪੋਲਰਾਈਜੇਸ਼ਨ ਕਰਦੇ ਪਏ ਅਕਾਲੀ ਦਲ ਤੇ ਬੀਜੇਪੀ ਦੋਨੋਂ ਨੂੰ ਫਾਇਦਾ ਹੋਊਗਾ, ਮਿਸਟਰ ਖੜਿਆਲ ਤੁਸੀਂ ਇਸ ਕਮੈਂਟ ਨਾਲ ਸਹਿਮਤ ਹੋ ਪ੍ਰਸਮਜੀਤ ਸਿੰਘ ਦੇ? ਦੇਖੋ, ਦੇਖਿਆ ਜਾਵੇ ਪ੍ਰੋਫੈਸਰ ਮਨਜੀਤ ਸਿੰਘ ਜੀ ਦੀ ਗੱਲ ਨੂੰ, ਤੇ ਇੱਕ ਭਾਰਤੀ ਜਨਤਾ ਪਾਰਟੀ ਰਾਜ ਸਭਾ ਦਾ MP ਹੈ। ਹੁਣ ਜਦੋਂ ਰਾਮ ਰਹੀਮ ਜੀ ਨੇ ਇੱਕ ਰਿਲੀਜੀਅਸ ਮੀਟਿੰਗ ਆਰਗੇਨਾਈਜ਼ ਕੀਤੀ ਤਾਂ ਉਹਨਾਂ ਨੇ ਉਹਦੇ ਹਿੱਸਾ ਲਿਆ। ਸੋ ਭਾਰਤੀ ਜਨਤਾ ਪਾਰਟੀ ਇਹ ਚੀਜ਼ ਕਲੈਰੀਫਾਈ ਕਰੇ ਕਿ ਉਹ ਰਾਜ ਸਭਾ MP ਦੇ ਨਾਲ ਸਹਿਮਤ ਨੇ ਜਾਂ ਉਹਨਾਂ ਦੇ ਇਸ ਐਕਟ ਦੇ ਖਿਲਾਫ ਨੇ। ਇਹ ਭਾਰਤੀ ਜਨਤਾ ਪਾਰਟੀ ਨੂੰ ਕਲੀਅਰ ਕਰ ਦੇਣਾ ਚਾਹੀਦਾ ਹੈ, ਬਿਕੋਜ਼ ਭਾਰਤੀ ਜਨਤਾ ਪਾਰਟੀ ਨੇ ਲੋਕਾਂ ਨੂੰ ਮੂਰਖ ਬਣਾਉਣ ਦੀ ਵਾਰ-ਵਾਰ ਕੋਸ਼ਿਸ਼ ਕੀਤੀ ਹੈ, ਲੋਕਾਂ ਨੂੰ ਹਨੇਰੇ 'ਚ ਰੱਖਣ ਦੀ ਕੋਸ਼ਿਸ਼ ਕੀਤੀ ਹੈ, ਕਿਉਂਕਿ ਭਾਰਤੀ ਜਨਤਾ ਪਾਰਟੀ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੀ ਕਿ ਜਿਹੜੇ ਕਾਨੂੰਨ ਵੀ ਹੈ ਉਹ ਵੀ ਸਰਕਾਰ ਨਹੀਂ ਬਣਾਉਣੇ ਹੈ, ਸਟੇਟ ਗਵਰਨਮੈਂਟ ਨੇ ਬਣਾਉਣੇ ਹੈ, ਹੋਰ ਕੋਈ ਤਾਂ ਬਣਾਊਗਾ ਨਹੀਂ ਲੋਕਲ ਸਟੇਟ ਦੇ ਕਾਨੂੰਨ। ਨਹੀਂ ਮਿਸਟਰ ਖੜਿਆਲ, ਤੁਸੀਂ ਕਾਨੂੰਨ ਦੇ ਵੀ ਜਾਣ ਕਰੋ। ਮਿਸਟਰ ਖੜਿਆਲ, ਮੈਨੂੰ ਦੱਸ ਦਿਓ ਕਿ ਇਸ ਪੂਰੀ ਪ੍ਰਕਿਰਿਆ ਨੂੰ, ਪੈਰੋਲ ਦੀ ਪ੍ਰਕਿਰਿਆ ਨੂੰ 14 ਮਹੀਨਿਆਂ ਵਿੱਚ ਚੌਥੀ ਵਾਰ ਤੁਸੀਂ ਕਹਿ ਰਹੇ ਹੋ ਚੈਲੰਜ ਕੀਤਾ ਜਾ ਸਕਦਾ ਕੋਰਟ ਵਿੱਚ? ਨਹੀਂ, ਜੋ ਸਟੇਟ ਦੀ ਜਿਹੜੀ ਐਡਮਿਨਿਸਟ੍ਰੇਸ਼ਨ ਹੈ, ਦੇਖੋ ਕੋਰਟ ਦੇ ਵਿੱਚ ਤੁਸੀਂ ਪਟੀਸ਼ਨ ਲੈ ਕੇ ਜਾ ਸਕਦੇ ਹੋ। ਜੇ ਆਪਾਂ ਲਾਅ ਦੇਖੀਏ, ਲੀਗਲੀ ਸਟੇਟ ਨੇ ਜੋ ਕਾਨੂੰਨ ਬਣਾਤਾ, ਉਹ ਕਾਨੂੰਨ ਦੇ ਹਿਸਾਬ ਨਾਲ ਉਹਨਾਂ ਨੇ ਪੈਰੋਲ ਦੇਣੀ ਹੈ, ਉਹਦੇ ਵਿੱਚ ਉਹ ਫਿੱਟ ਆ ਰਹੇ ਹੈ ਕਿਉਂਕਿ ਸਟੇਟ ਗਵਰਨਮੈਂਟ ਫਿੱਟ ਕਰਨਾ ਚਾਹ ਰਹੀ ਹੈ। ਸੋ ਕੋਰਟ ਦੇ ਵਿੱਚ ਪਟੀਸ਼ਨ ਲੈ ਕੇ ਜਾ ਸਕਦੇ ਹੋ, ਬਟ ਲੀਗਲੀ ਲਾਅ ਜਿਹੜਾ ਹੈਗਾ ਸਟੇਟ ਨੇ ਆਲਰੇਡੀ ਅਮੈਂਡ ਕਰਤਾ। ਤੁਸੀਂ ਆਪ ਦੱਸਿਆ ਵੀ ਹਾਲ ਹੀ ਦੇ ਵਿੱਚ ਨਵੇਂ ਕਾਨੂੰਨ ਬਣਾਏ ਗਏ ਹੈ। ਸੋ ਇੱਥੇ ਇੱਕ ਚੀਜ਼ ਕਲੀਅਰ ਹੋ ਜਾਂਦੀ ਹੈ ਕਿ ਭਾਰਤੀ ਜਨਤਾ ਪਾਰਟੀ ਚਾਹੁੰਦੀ ਹੈ ਕਿ ਜ਼ਿਆਦਾ ਪੈਰੋਲ ਮਿਲੇ। ਜੇ ਚਾਹੁੰਦੀ ਹੈ ਵੀ ਜ਼ਿਆਦਾ ਪੈਰੋਲ ਮਿਲੇ ਤਾਂ ਸਿਰਫ ਇੱਕੋ ਵਿਅਕਤੀ ਨੂੰ ਕਿਉਂ ਮਿਲਦੀ ਹੈ, ਲੋਕਾਂ ਨੂੰ ਬਰਾਬਰੀ ਨਾਲ ਕਿਉਂ ਨਹੀਂ ਮਿਲਦੀ, ਦੂਜੇ ਕਨਵਿਕਟਸ ਨੂੰ ਕਿਉਂ ਨਹੀਂ ਮਿਲਦੀ? ਮੈਂ ਸਵਾਲ ਦੋ ਪੁੱਛੇ ਸੀਗੇ, ਦੋਵਾਂ ਦਾ ਜਵਾਬ ਨਹੀਂ ਮੈਨੂੰ ਮਿਲਿਆ ਅਜੇ ਤੱਕ ਵੀ ਇੰਨੀ ਪੈਰੋਲ 14 ਮਹੀਨਿਆਂ 4 ਵਾਰੀ ਕਿਹਨੂੰ ਮਿਲੀ ਹੈ, ਜਾਂ 14 ਮਹੀਨੇ 4 ਛੱਡੋ 3 ਮਹੀਨਿਆਂ ਚ 2 ਵਾਰੀ ਦੱਸ ਦਿਓ ਕਿਹਨੂੰ ਮਿਲੀ ਹੈ। ਤੇ ਦੂਜਾ ਇਹ ਦੱਸ ਦਿਓ ਵੀ ਇਹ ਐਮਰਜੈਂਸੀ ਸਿਚੁਏਸ਼ਨ ਚ ਕਾਊਂਟ ਹੁੰਦੀ ਹੈ, ਜਿਹੜੀ ਸਰਕਮਸਟੈਂਸ ਇਹਨਾਂ ਨੇ ਸਪੋਰਟ ਕੀਤੀ ਹੈ, ਕਿਉਂ ਨਹੀਂ ਹੁੰਦੀ? ਠੀਕ ਹੈ। ਮੈਂ ਬ੍ਰੇਕ ਲੈ ਕੇ ਵਾਪਸ ਆ ਰਿਹਾ। ਇਹ ਸਵਾਲ ਵੀ ਹੁਣੇ ਲਾਜ਼ਮੀ ਹੈ, ਪਰ ਇਸ ਸਵਾਲ ਦੇ ਵਿਚਾਲੇ ਸਿਆਸਤ ਚਾਹੁੰਦੀ ਕੀ ਹੈ, ਸਿਆਸਤ ਟਾਰਗੇਟ ਕੀ ਹੈ, ਅਸੀਂ ਇਹੀ ਪੁੱਛ ਰਹੇ ਹਾਂ। ਵਾਪਸ ਆ ਰਹੇ ਹਾਂ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਵੱਡਾ ਸਵਾਲ ਤੁਹਾਡੇ ਸਾਹਮਣੇ ਪਿਆ, ਸੰਗੀਨ ਗੁਨਾਹਾਂ ਦੇ ਦੋਸ਼ੀ ਰਾਮ ਰਹੀਮ ਦੀ ਪੈਰੋਲ ਤੇ ਪੋਲਿਟਿਕਸ ਦਾ ਟਾਰਗੇਟ ਕੀ ਹੈ? ਚੰਨੀ ਸਾਹਿਬ, ਕਾਂਗਰਸ ਦਾ ਇੱਕ ਸਵਾਲ ਹੈ, ਕੋਈ ਹੋਰ ਸ਼ਖਸ ਹੈ, ਕੋਈ ਹੋਰ ਕੈਦੀ ਹੈ, ਕੋਈ ਹੋਰ ਦੋਸ਼ੀ ਹੈ ਜਿਹਨੂੰ 14 ਮਹੀਨਿਆਂ 'ਚ 4 ਵਾਰ ਪੈਰੋਲ ਮਿਲੀ ਹੋਵੇ? ਜੇ ਨਹੀਂ ਹੈ ਤਾਂ 3 ਮਹੀਨਿਆਂ ਵਿੱਚ 2 ਵਾਰ ਮਿਲੀ ਹੋਵੇ। ਇਸ ਸਵਾਲ ਦਾ ਜਵਾਬ ਦੇ ਸਕਦੇ ਹੋ ਤੁਸੀਂ ਚੰਨੀ ਸਾਹਿਬ? ਮੈਂ ਇਹ ਕਹਿਣਾ ਚਾਹੁੰਦਾ ਖੰਡਿਆਲ ਸਾਹਿਬ, ਜਿਹੜਾ ਕਾਨੂੰਨ ਹੁੰਦਾ ਇੱਕ ਬੰਦੇ ਲਈ ਨਹੀਂ ਬਣਦਾ। ਕਦੀ ਕੋਈ ਵੀ ਕਾਨੂੰਨ ਇੱਕ ਬੰਦੇ ਲਈ ਨਾ ਬਣਦਾ, ਨਾ ਇੱਕ ਬੰਦੇ ਨੂੰ ਕੋਈ ਫਾਇਦਾ ਹੁੰਦਾ।
ਜੇ ਕਾਨੂੰਨ ਹੈਗਾ ਤਾਂ ਬਾਕੀ ਬੰਦਿਆਂ ਨੂੰ ਵੀ ਪਰੋਲ ਮਿਲੂਗੀ, ਜੇ ਨਹੀਂ ਮਿਲੀ ਚੰਨੀ ਸਾਹਿਬ, ਬਰਿਆਲ ਸਾਹਿਬ ਨੂੰ ਚੰਨੀ ਸਾਹਿਬ, ਇੰਨੀ ਚੰਨੀ ਸਾਹਿਬ, ਹਮਦਰਦੀ ਹੈ, ਚੰਨੀ ਸਾਹਿਬ, ਉਹਦੀ ਰਿਟ ਪਾ ਕੇ ਬੱਚੇ ਦੀ ਪਰੋਲ ਕਰਾਓ। ਚੰਨੀ ਸਾਹਿਬ, ਚੰਨੀ ਸਾਹਿਬ ਬਾਕੀ ਕਿਸੇ ਹੋਰ ਨੂੰ ਮਿਲਦੀ ਪਈ ਹੈ ਇਸ ਤਹਿਤ? ਬਿਲਕੁਲ, ਜਿਹੜਾ ਵੀ ਫਿੱਟ ਆਊਗਾ, ਜਿਹੜੇ ਵੀ ਅਪਲਾਈ ਕਰੂਗਾ ਮਿਲੂਗੀ, ਕਿਉਂ ਨਹੀਂ ਮਿਲੂਗੀ? ਜਾਂ ਕਾਨੂੰਨ, ਤੁਸੀਂ ਬਹੁਤ ਸਿਆਣੇ ਹੋ, ਕਾਨੂੰਨ ਜਿਹੜਾ ਇੱਕ ਇਕੱਲੇ ਬੰਦੇ ਲਈ ਕਦੀ ਨਹੀਂ ਬਣਦਾ। ਚਲੋ, ਜੇ ਕਾਨੂੰਨ ਬਣਿਆ ਉਹਦਾ ਸਭ ਨੂੰ ਫਾਇਦਾ ਹੋਊਗਾ। ਠੀਕ, ਜਿਹੜਾ ਕੋਈ ਜੇ ਪਰੋਲ ਰਾਮ ਰਹੀਮ ਨੂੰ ਮਿਲ ਸਕਦੀ ਹੈ, ਹੋਰ ਕੈਦੀਆਂ ਨੂੰ ਵੀ ਮਿਲੂਗੀ। ਚੰਨੀ ਸਾਹਿਬ ਜਿਹੜਾ ਚੰਨੀ ਸਾਹਿਬ ਵੀ ਕਿਹਨੂੰ ਪਰੋਲ, ਇਹ ਖੰਡਿਆਲ ਸਾਹਿਬ ਇਹ ਦੱਸਣ ਵੀ ਕਿਹਨੂੰ ਪਰੋਲ ਮਨਾ ਹੋਈ ਹੈ। ਚਲੋ ਚੰਨੀ ਸਾਹਿਬ ਕੋਈ ਜੀ। ਇਹ ਰੀਜ਼ਨ ਜਿਹੜਾ ਦੱਸਿਆ ਗਿਆ ਜਿੰਦੇ ਕਾਰਨ ਪੈਰੋਲ ਮਿਲਦੀ ਹੈ, ਤੁਸੀਂ ਉਸ ਨਾਲ ਇਤਫਾਕ ਰੱਖਦੇ ਹੋ? ਹਾਂਜੀ। ਤੁਸੀਂ ਉਸ ਨਾਲ ਇਤਫਾਕ ਰੱਖਦੇ ਹੋ? ਬਹੁਤ ਵਧੀਆ ਰੀਜ਼ਨ ਹੈ। ਪਰੋਲ ਤਾਂ ਜਿਹੜੇ ਕਾਨੂੰਨ ਬਣੇ ਉਹਦੇ ਹਿਸਾਬ 'ਚ ਮਿਲਣੀ ਹੈ। ਚਲੋ, ਜਿਹੜਾ ਕਾਨੂੰਨ ਉਹਦੇ ਹਿਸਾਬ 'ਚ ਮਿਲਣੀ ਹੈ ਉਹ ਸਾਰਿਆਂ ਲਈ ਹੈ, ਉਹ ਇਕੱਲੇ ਲਈ ਨਹੀਂ ਹੈਗਾ। ਚੰਨੀ ਸਾਹਿਬ ਤੁਸੀਂ ਰਾਮ ਰਹੀਮ ਨੂੰ ਹਾਰਡਕੋਰ ਕ੍ਰਿਮੀਨਲ ਮੰਨਦੇ ਹੋ? ਉਹ ਤਾਂ ਕੋਰਟ ਨੇ ਉਹਨੂੰ ਮੰਨਿਆ ਹੋਇਆ, ਸਾਡੇ ਮੰਨਣ ਨਾਲ ਕੀ ਫਰਕ ਪੈਂਦਾ? ਕੋਰਟ ਨੇ ਉਹਨੂੰ ਸਜ਼ਾ ਦਿੱਤੀ ਹੈ। ਚਲੋ, ਉਹ ਤਾਂ ਕੋਈ ਦੋ ਰਾਹ ਨਹੀਂ ਹੈਗਾ। ਚੰਨੀ ਸਾਹਿਬ ਹਰਿਆਣਾ ਗਵਰਨਮੈਂਟ ਨੇ ਲਿਖ ਕੇ ਦਿੱਤਾ ਹਾਰਡਕੋਰ ਕ੍ਰਿਮੀਨਲ ਨਹੀਂ ਹੈਗਾ। ਉਹ ਕ੍ਰਾਈਮ ਕੀਤਾ ਤਾਂ ਉਹਨੂੰ ਸਜ਼ਾ ਮਿਲੀ। ਚੰਨੀ ਸਾਹਿਬ ਹਰਿਆਣਾ ਗਵਰਨਮੈਂਟ ਨੇ ਲਿਖ ਕੇ ਦਿੱਤਾ ਹਾਰਡਕੋਰ ਕ੍ਰਿਮੀਨਲ ਨਹੀਂ ਹੈਗਾ ਉਹ। ਦੇਖੋ, ਕ੍ਰਿਮੀਨਲ ਹੋਣਾ ਹਾਰਡਕੋਰ ਹੋਣਾ ਇੱਕ ਅਲੱਗ ਗੱਲ ਹੈ। ਉਹਨੇ ਕ੍ਰਾਈਮ ਕੀਤਾ। ਚੰਨੀ ਸਾਹਿਬ ਹਾਰਡਕੋਰ ਦੇ ਫੈਸਲਾ ਕਰਨ ਵਾਲੇ ਅਸੀਂ ਕੋਈ ਨਹੀਂ, ਸਾਡੇ ਕੋਲ ਕੀ ਥੋੜੀ ਸੀ ਇਹਨੂੰ ਫੈਸਲਾ ਕਰ ਲਈਏ ਹਾਰਡਕੋਰ ਹੈ ਕਿ ਨਹੀਂ, ਉਹ ਕੋਰਟ ਨੇ ਕਰਨਾ ਹੈ। ਇਹ ਕੋਰਟ ਦੀ ਪਾਵਰ ਹੈ, ਸਾਡੀ ਪਾਵਰ ਨਹੀਂ ਹੈਗੀ ਕਿਸੇ ਦੀ ਵੀ। ਚੰਨੀ ਸਾਹਿਬ ਉਹ ਬਾਬਾ ਜੀ ਕਿਤੇ ਜੇਲ੍ਹ ਦੇ ਅੰਦਰ ਇੱਕ ਮਿੰਟ ਚੰਨੀ ਸਾਹਿਬ ਪ੍ਰਸਮਜੀਤ ਸਿੰਘ ਕੋਲ ਕੁਝ ਕਹਿਣਾ ਚਾਹ ਰਹੇ? ਹਾਂ ਬੋਲੋ ਪ੍ਰਸਾਦ। ਮੈਂ ਇਹ ਕਹਿ ਰਿਹਾ ਕਿ ਬਾਬਾ ਜੀ ਕੋਈ ਜੇਲ੍ਹ ਦੇ ਅੰਦਰ ਛੁੱਟੀਆਂ ਕੱਟਣ ਥੋੜੀ ਗਏ ਹੋਏ ਆ, ਉਹ ਕਿਸੇ ਕ੍ਰਾਈਮ ਦੇ ਰੇਪ ਤੇ ਮਰਡਰ ਦੇ ਕੇਸ ਗਏ। ਕ੍ਰਾਈਮ ਹੋਰ ਕੀ ਹੁੰਦਾ ਹੈ ਜੀ? ਹਾਰਡਕੋਰ ਕ੍ਰਿਮੀਨਲ ਕੀ ਹੁੰਦੇ ਆ? ਹਾਰਡਕੋਰ ਦਾ ਆਪਣੀ ਕੋਈ ਡੈਫੀਨੇਸ਼ਨ ਹੋਰ ਤੇ ਨਹੀਂ ਹੁੰਦੀ। ਕ੍ਰਾਈਮ ਤੇ ਕ੍ਰਾਈਮ ਆ। ਸਾਡਾ ਸਾਰਿਆਂ ਦਾ ਸਵਾਲ ਹੈ ਕਿ ਉਹਨੂੰ ਫੇਵਰ ਕਿਉਂ ਕੀਤੀ ਜਾ ਰਹੀ ਹੈ? ਚੰਨੀ ਸਾਹਿਬ ਤਾਂ ਠੀਕ ਕਹਿ ਰਹੇ ਸੀਗੇ ਪ੍ਰਸਾਦ ਸਾਹਿਬ, ਚੰਨੀ ਸਾਹਿਬ ਤਾਂ ਠੀਕ ਕਹਿ ਰਹੇ ਸੀ, ਪਰ ਹਰਿਆਣਾ ਸਰਕਾਰ ਨਾਲ ਮੈਚ ਨਹੀਂ ਕਰਦਾ ਬਿਆਨ ਉਹਨਾਂ ਦਾ। ਚਿੰਜਰ ਸਾਹਿਬ ਤੁਸੀਂ ਰਾਮ ਰਹੀਮ ਦੇ ਮੁੱਦੇ ਨੂੰ ਬੰਦੀ ਸਿੱਖਾਂ ਦੇ ਮੁੱਦੇ ਦੇ ਦਿਓ ਪਹਿਲਾਂ, ਮੈਨੂੰ ਜਿਹੜੇ ਮੇਰੇ ਤੇ ਸਵਾਲ ਹੈ ਉਹਨਾਂ ਜਵਾਬ ਦੇ ਦਿੰਦੋ ਮੈਨੂੰ। ਹਾਂ ਬੋਲੋ ਮੈਂ ਇੱਕ ਮਿੰਟ ਆ ਰਿਹਾ, ਚਿੰਜਰ ਸਾਹਿਬ ਆ ਰਿਹਾ, ਮੈਨੂੰ ਉਹਨੂੰ ਜਵਾਬ ਦੇ ਲੈਣ ਦਿਓ। ਚਿੰਜਰ ਜੀ ਬੋਲੋ, ਚੰਨੀ ਸਾਹਿਬ ਬੋਲੋ, ਫਟਾਫਟ ਬੋਲੋ। ਮੈਂ ਚਿੰਜਰ ਸਾਹਿਬ ਨੂੰ ਪੁੱਛਣਾ ਚਾਹੁੰਦਾ ਹਾਂ ਵੀ ਕਾਂਗਰਸ ਨੇ ਬਾਬਾ ਰਾਮ ਰਹੀਮ ਨੂੰ ਪਾਲਿਆ, ਸਭ ਤੋਂ ਵੱਧ ਬੜਾਵਾ ਜਿਹੜਾ ਦਿੱਤਾ ਤਾਂ ਅਕਾਲੀ ਸਰਕਾਰ ਨੇ ਦਿੱਤਾ। ਚਾਹੇ ਅਸੀਂ ਵੀ ਉਦੋਂ, ਮੈਂ ਵੀ ਅਕਾਲੀ ਦਲ ਦੇ ਵਿੱਚ ਸੀਗਾ। ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ, ਦੋ ਗੱਲਾਂ ਦਾ ਮੈਨੂੰ ਜਵਾਬ ਦੇ ਦੇਣ ਇਹ। ਇੱਕ, ਬਾਬਾ ਰਾਮ ਰਹੀਮ ਨੂੰ ਜਿਹੜੀ ਮਾਫੀ ਦਿੱਤੀ ਗਈ, ਇਹ ਇੰਨੀਆਂ ਗੱਲਾਂ ਕਰਦੇ ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਅੱਜ ਮੈਂ ਡਿਸਕਲੋਜ਼ ਕਰਨ ਲੱਗਿਆ ਇਹ ਗੱਲ। ਬਾਬਾ ਰਾਮ ਰਹੀਮ ਨੂੰ ਜਦੋਂ ਮਾਫ ਕੀਤਾ ਗਿਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸੀ ਸਰਦਾਰ ਸਿੰਘ ਜੀ ਮੱਕੜ, ਸੁਖਬੀਰ ਸਿੰਘ ਬਾਦਲ ਜੀ ਨੇ ਮੱਕੜ ਸਾਹਿਬ ਨੂੰ ਚੰਡੀਗੜ੍ਹ ਬੁਲਾਇਆ ਵੀ ਆਪਣੇ ਬਾਬੇ ਨੂੰ ਮਾਫ ਕਰਨਾ। ਮੈਂ ਉਹ ਰਿਕਾਰਡ ਗੱਲ ਕਰ ਰਿਹਾ, ਇਹ ਮੈਨੂੰ ਜਵਾਬ ਦੇਣ। ਬਾਬਾ ਜੀ ਨੂੰ ਮੱਕੜ ਸਾਹਿਬ ਨੂੰ ਚੰਡੀਗੜ੍ਹ ਬੁਲਾਇਆ ਸੁਖਬੀਰ ਬਾਦਲ ਜੀ ਨੇ ਵੀ ਆਪਾਂ ਬਾਬੇ ਨੂੰ ਮਾਫ ਕਰਨਾ ਹੈ। ਮੱਕੜ ਸਾਹਿਬ ਨੇ ਇਹ ਗੱਲ ਕਹੀ, ਬਾਦਲ ਸਾਹਿਬ ਇਹਦੇ ਲਈ ਸਿੱਖ ਜਥੇਬੰਦੀਆਂ ਨੂੰ ਭਰੋਸੇ 'ਚ ਲਓ, ਪਹਿਲਾਂ ਕਾਹਲੀ ਨਾ ਕਰਿਓ। ਠੀਕ। ਉਹ ਇਹ ਗੱਲਾਂ ਕਹਿ ਕੇ, ਜਿਹੜੀਆਂ ਵੀ ਗੱਲਾਂ ਉਹਨੇ ਕਹਿ ਕੇ ਉਹ ਦਿੱਲੀ ਜਾਣਾ ਸੀ, ਉਹ ਹਾਲੇ ਦਿੱਲੀ ਤੋਂ ਅੰਬਾਲੇ ਨਹੀਂ ਪਹੁੰਚੇ, ਉਹਨਾਂ ਦੇ WhatsApp ਤੇ ਮੈਸੇਜ ਆ ਗਿਆ ਵੀ ਬਾਬਾ ਰਾਮ ਰਹੀਮ ਮਾਫ। ਇਹ ਕਿਵੇਂ ਹੋ ਗਿਆ? ਇੱਕ ਦੂਜੀ ਗੱਲ, ਹਾਂਜੀ, 17 ਦੀ ਇਲੈਕਸ਼ਨ 'ਚ ਪੂਰੀ ਇਹਨਾਂ ਨੇ ਸਪੋਰਟ ਲਈ। ਮੈਂ ਖੰਨੇ ਅਕਾਲੀ ਦਲ ਦਾ ਲੀਡਰ ਸੀ, ਖੰਨੇ ਆਪਣਾ ਰਣਜੀਤ ਸਿੰਘ ਤਲਵੰਡੀ ਅਕਾਲੀ ਦਲ ਦਾ ਕੈਂਡੀਡੇਟ ਸੀ। ਅਕਾਲੀ ਦਲ ਨੇ ਖੰਨੇ ਦੇ ਸਤਕਾਰ ਪੈਲੇਸ 'ਚ ਬਾਬਾ ਰਾਮ ਰਹੀਮ ਦੇ ਚੇਲਿਆਂ ਦੀ ਇਹਨਾਂ ਨਾਲ ਮੀਟਿੰਗ ਕਰਵਾਈ, ਪਰ ਮੈਂ ਤਾਂ ਉੱਥੇ ਗਿਆ ਨਹੀਂ। ਇਹ ਗਏ, ਰਣਜੀਤ ਸਿੰਘ ਤਲਵੰਡੀ ਉੱਥੇ ਗਏ, ਇਹਨਾਂ ਦੇ ਹੋਰ ਲੀਡਰ ਗਏ। ਉੱਥੇ ਉਹਨਾਂ ਨੇ ਇਹ ਗੱਲ ਕਹੀ ਕਿ ਤੁਸੀਂ ਖੁੱਲ ਕੇ ਸਾਡੀ ਸਪੋਰਟ ਕਰੋ, ਅਸੀਂ ਖੁੱਲ ਕੇ ਤੁਹਾਡੇ ਨਾਲ ਤੁਹਾਡੀ ਸਪੋਰਟ ਕਰਾਂਗੇ। ਠੀਕ ਹੈ ਚੰਨੀ ਸਾਹਿਬ ਖੂਨ ਨਹੀਂ ਖੋਲਿਆ ਉਦੋਂ? ਅਕਾਲੀ ਦਲ ਛੱਡ ਦਿੰਦੇ, ਖੂਨ ਨਹੀਂ ਖੋਲਿਆ ਉਦੋਂ? ਮੈਂ ਅਕਾਲੀ ਦਲ ਇਹਨਾਂ ਗੱਲਾਂ ਤੇ ਨਹੀਂ ਛੱਡਿਆ। ਮੈਂ ਅਕਾਲੀ ਦਲ ਛੱਡਿਆ, ਅਕਾਲੀ ਦਲ 'ਚ ਜਦੋਂ ਗੁੰਡਾਗਰਦੀ ਨੂੰ ਅੱਗੇ ਲਿਆਂਦਾ ਗਿਆ, ਮੈਂ ਉਸ ਗੱਲ ਤੇ ਛੱਡਿਆ। ਮੈਂ ਇਹਨਾਂ ਗੱਲਾਂ ਦੇ ਵਿੱਚ ਮੈਂ ਪਿਆ ਹੀ ਨਹੀਂ ਗਾ। ਠੀਕ ਹੈ ਚੰਨੀ ਸਾਹਿਬ ਠੀਕ ਹੈ। ਚਿੰਜਰ ਸਾਹਿਬ ਇਹ ਤਾਂ ਜੱਗ ਜ਼ਾਹਿਰ ਹੈ ਕਿ ਤੁਸੀਂ ਰਾਮ ਰਹੀਮ ਦੀ ਮਾਫੀ ਵਿੱਚ ਬਹੁਤ ਵੱਡਾ ਰੋਲ ਨਿਭਾਇਆ। ਅਕਾਲੀ ਦਲ ਉੱਤੇ ਲਗਾਤਾਰ ਇਹ ਸਵਾਲ ਚੁੱਕਦੇ ਪਏ ਆ, ਤੇ ਇਹ ਹੁਣ ਤੁਹਾਡੇ ਚੋਂ ਗਏ ਲੀਡਰ ਨੇ ਵੀ ਸਵਾਲ ਚੁੱਕਤੇ ਇੱਥੇ ਡਿਬੇਟ 'ਚ ਬੈਠਿਆ। ਚਿੰਜਰ ਸਾਹਿਬ ਤੁਸੀਂ ਇਹ ਮਾਫੀ ਕਿਉਂ ਨਹੀਂ ਮੰਗ ਲੈਂਦੇ ਕਿ ਅਸੀਂ ਮਾਫੀ ਦਿੱਤੀ ਆ, ਸਾਨੂੰ ਮਾਫ ਕਰ ਦਿਓ? ਕਿਉਂ ਨਹੀਂ ਮੰਗ ਲੈਂਦੇ ਚਿੰਜਰ ਸਾਹਿਬ? KP ਸਾਹਿਬ, ਚੰਨੀ ਸਾਹਿਬ ਤਾਂ ਬਹੁਤ ਕੁਝ ਕਹਿਣਗੇ ਹੁਣ,
ਚੰਨੀ ਸਾਹਿਬ ਦੇ ਰਿਕਾਰਡ ਤੇ ਗੱਲ ਇੱਕ ਕਰ ਮਿੰਟ ਚੰਨੀ ਸਾਹਿਬ ਸੁਣ ਲੈਣ ਦਿਓ ਹੁਣ। ਚੰਨੀ ਸਾਹਿਬ ਇੱਕ ਇਦਾਂ ਨਾ ਕਰੋ ਪਲੀਜ਼, ਮੈਂ ਤੁਹਾਨੂੰ ਸੁਣਿਆ ਬਹੁਤ ਚੰਗੀ ਤਰ੍ਹਾਂ, ਹੁਣ ਇਹਨਾਂ ਨੂੰ ਸੁਣ ਲੈਣ ਦਿਓ ਜੀ ਜੀ ਚਲੋ ਹਾਂ ਠੀਕ ਹੈ ਹਾਂ ਠੀਕ ਮਿਸਟਰ ਹੈ ਜਿੰਜਰ ਹਾਂ ਪਹਿਲਾਂ ਤਾਂ ਤੁਸੀਂ ਜਿਹੜਾ ਮੈਂ ਸਵਾਲ ਕੀਤਾ ਸੀ ਹਾਂ। ਤੁਸੀਂ ਉਹਦਾ ਜਵਾਬ ਨਹੀਂ ਦਿੱਤਾ। ਦੱਸੋ ਕੀ ਸਵਾਲ ਹੈ? ਇੱਕ ਮਿੰਟ ਚੰਨੀ ਸਾਹਿਬ ਪਲੀਜ਼ ਇਦਾਂ ਨਾ ਕਰੋ, ਇਦਾਂ ਨਾ ਕਰੋ ਪਲੀਜ਼। ਜਿਹੜਾ ਤੁਹਾਡੇ ਓਐਸਡੀ ਸਾਹਿਬ ਗਏ, ਮੁੱਖ ਮੰਤਰੀ ਦੇ ਹਰਿਆਣੇ ਦੇ ਤੇ ਰਾਜ ਸਭਾ ਦੇ ਮੈਂਬਰ ਗਏ ਸੌਦੇ ਸਾਧ ਨੂੰ ਇਨਵਾਈਟ ਕਰਨ ਸਰਕਾਰੀ ਫੰਕਸ਼ਨ ਲਈ, ਕੀ ਤੁਸੀਂ ਉਹਦੇ ਨਾਲ ਸਹਿਮਤ ਹੋ ਜਾਂ ਨਹੀਂ? ਯੈਸ ਜਾਂ ਨੋ? ਮੈਂ ਪੁੱਛ ਲੈਣਾ ਚਿੰਜਰ ਸਾਹਿਬ, ਮੈਂ ਪੁੱਛ ਲੈਣਾ, ਤੁਸੀਂ ਆਪਦੇ ਸਵਾਲ ਦਾ ਜਵਾਬ ਦਿਓ, ਮੈਂ ਪੁੱਛ ਲੂੰਗਾ। ਦੂਜੀ ਨੰਬਰ ਇਹ ਕਹਿੰਦੇ ਨੇ ਕਿ ਅਕਾਲੀ ਦਲ ਨੇ ਮਾਫੀ ਦਵਾਈ। ਅਕਾਲੀ ਦਲ ਦਾ ਕੀ ਰੋਲ ਆ ਵੀ? ਜਿਹੜੀ ਮਾਫੀ ਹੋਈ ਉਹ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਹੋਈ, ਤੇ ਜਿਹੜੇ ਜਥੇਦਾਰ ਨੇ ਉੱਥੇ ਮੌਕੇ ਦੇ ਜਥੇਦਾਰ ਸੀਗੇ ਉਹਨਾਂ ਨੇ ਕੀਤੀ। ਜਦੋਂ ਸਾਰੀ ਸਿੱਖ ਸੰਗਤ ਨੇ ਵਿਰੋਧ ਕੀਤਾ ਉਹਨਾਂ ਨੇ ਵਾਪਸ ਕੀਤੀ। ਅਕਾਲੀ ਦਲ ਦਾ ਕੀ ਰੋਲ ਹੈ? ਅਕਾਲੀ ਦਲ ਨੇ ਕੋਈ ਚਿੱਠੀ ਲਿਖੀ ਕਿ ਮੈਂ ਮਾਫ ਕਰ ਦੋ? ਅਕਾਲੀ ਦਲ ਨੂੰ ਤੁਹਾਡੇ ਵਰਗੇ ਬੰਦਿਆਂ ਨੇ ਸਾਰਿਆਂ ਨੇ ਰਲ ਕੇ ਬਦਨਾਮ ਕੀਤਾ। ਦੂਜਾ ਨੰਬਰ ਜਿਹੜਾ ਤੁਸੀਂ ਕਹਿੰਦੇ ਹੋ ਕਿ ਅਕਾਲੀ ਦਲ ਨੇ ਹਮਾਇਤ ਲਿੱਤੀ, ਜਿਹੜੇ ਵੀ ਲੀਡਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਲੀਡਰ ਬੁਲਾਏ ਸੀ ਸਾਰੇ ਉੱਥੇ ਆਪਣਾ ਸ੍ਰੀ ਅਕਾਲ ਤਖਤ ਸਾਹਿਬ ਅੰਮ੍ਰਿਤਸਰ ਦਾ, ਉਹਦੇ ਵਿੱਚ ਕਾਂਗਰਸੀ ਵੀ ਸੀਗੇ, ਉਹਦੇ ਵਿੱਚ ਅਕਾਲੀ ਦਲ ਦੇ ਵੀ ਸੀਗੇ, ਉਹਦੇ ਵਿੱਚ ਪਾਰਟੀਆਂ ਦਾ ਕੋਈ ਰੋਲ ਨਹੀਂ ਸੀਗਾ। ਕਿ ਸ਼੍ਰੋਮਣੀ ਅਕਾਲੀ ਦਲ ਦਾ ਕੋਈ ਪ੍ਰਧਾਨ ਉੱਥੇ ਗਿਆ ਸੀ ਡੇਰੇ ਦੀ ਹਮਾਇਤ ਲੈਣ, ਜਾਂ ਉਹਨਾਂ ਦਾ ਬੰਦਾ ਸਾਡੇ ਕੋਲ ਆਇਆ ਸੀ? ਜਿਹੜੇ ਕੋਈ ਲੋਕਲ ਲੈਵਲ ਤੇ ਲੀਡਰਾਂ ਨੇ ਸਰਸੇ ਵਾਲੇ ਸਾਹਿਬ ਦੀ ਹਮਾਇਤ ਲਿੱਤੀ ਸੀ। ਚਿੰਜਰ ਸਾਹਿਬ ਇੱਕ ਚੀਜ਼ ਦੱਸੋ ਮੈਨੂੰ, ਚਿੰਜਰ ਸਾਹਿਬ ਇੱਕ ਚੀਜ਼ ਦੱਸੋ, ਚਿੰਜਰ ਸਾਹਿਬ ਇੱਕ ਚੀਜ਼ ਦੱਸੋ। ਚਿੰਜਰ ਸਾਹਿਬ ਇੱਕ ਮਿੰਟ ਸੁਣ ਤਾਂ ਲਓ ਨਾ, ਚਿੰਜਰ ਸਾਹਿਬ ਸੁਣ ਲਓ ਸਰ, ਸਵਾਲ ਲੈ ਲਓ। ਚਿੰਜਰ ਸਾਹਿਬ, ਇਹ ਹੋ ਸਕਦਾ ਹੈ ਕਿ ਅਕਾਲੀ ਦਲ ਦੀ ਪ੍ਰਧਾਨ ਦੀ ਸਹਿਮਤੀ ਤੋਂ ਬਿਨਾ ਕੋਈ ਲੀਡਰ ਹਮਾਇਤ ਲੈ ਲਵੇ ਡੇਰੇ ਦੀ? ਇਹ ਪੋਸੀਬਲ ਹੈ ਸਰ? ਇਹਦਾ ਮਤਲਬ ਜੇ ਪੋਸੀਬਲ ਹੈ, ਚਿੰਜਰ ਸਾਹਿਬ ਤੁਸੀਂ ਕਹਿ ਰਹੇ ਹੋ ਜੇ ਪੋਸੀਬਲ ਹੈ, ਇਹਦਾ ਮਤਲਬ ਅਕਾਲੀ ਦਲ ਵਿੱਚ ਇਨਡਿਸਪਲਿਨ ਹੈ। ਦੇਖੋ ਜਿਹੜੇ ਲੋਕਲ ਲੈਵਲ ਕੋਈ ਸਾਰੇ ਲੀਡਰਾਂ ਲੱਤੀ, ਜੇ ਕੋਈ 5-10 ਲੀਡਰਾਂ ਨੇ ਹਮਾਇਤ ਲਿੱਤੀ ਤਾਂ ਫਿਰ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਬੁਲਾ ਕੇ ਉਹਨਾਂ ਨੂੰ ਸਜ਼ਾ ਵੀ ਲਾਈ ਆ। ਇਹ ਨਹੀਂ ਕੋਈ ਸਜ਼ਾ ਨਹੀਂ ਲੱਗੀ ਉਹਨਾਂ ਨੂੰ, ਉਹਨਾਂ ਸਾਰਿਆਂ ਨੂੰ ਫਟਕਾਰ ਵੀ ਲੱਗੀ, ਸਜ਼ਾ ਵੀ ਲੱਗੀ। ਚਲੋ ਚੰਨੀ ਸਾਹਿਬ ਅਕਾਲੀ ਦਲ ਦੇ ਇਸ ਸਵਾਲ ਦਾ ਜਵਾਬ ਦੇ ਦਿਓ। ਇਹ ਕਹਿ ਰਹੇ ਓਐਸਟੀ ਤੇ ਰਾਜ ਸਭਾ ਮੈਂਬਰ ਉੱਥੇ ਗਏ ਆ ਰਾਮ ਰਹੀਮ ਦੇ ਕੋਲੇ, ਤੁਸੀਂ ਇਸ ਨਾਲ ਸਹਿਮਤ ਹੋ? ਦੇਖੋ ਮੇਰੀ ਗੱਲ ਸੁਣੋ, ਇੱਕ ਪੋਲੀਟੀਕਲ ਹੁੰਦੀ ਹੈ, ਇੱਕ ਧਰਮ। ਇਹ ਹਰ ਗੱਲ ਨੂੰ ਧਰਮ ਨਾਲ ਜੋੜਦੇ ਨੇ। ਉਹਦਾ ਜਵਾਬ ਪਹਿਲਾਂ ਪ੍ਰੋਫੈਸਰ ਮਨਜੀਤ ਸਿੰਘ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੇ ਚੰਨੀ ਚੁੱਕੇ ਸਾਹਿਬ, ਨੇ। ਪ੍ਰੋਫੈਸਰ ਮਨਜੀਤ ਸਿੰਘ ਦਾ ਸਹਾਰਾ ਨਾ ਲਓ ਤੁਸੀਂ। ਹੁਣ ਤੁਸੀਂ ਸਿੱਧਾ ਸਵਾਲ ਕੀਤਾ ਅਕਾਲੀ ਦਲ ਨੂੰ, ਅਕਾਲੀ ਦਲ ਦੇ ਸਵਾਲ ਦਾ ਵੀ ਜਵਾਬ ਦੇ ਦਿਓ ਨਾ ਚੰਨੀ ਸਾਹਿਬ, ਕਿਉਂ ਨਹੀਂ ਦੇ ਰਹੇ ਤੁਸੀਂ? ਦੇਖੋ ਮੈਂ ਸਾਰਾ ਬਿਲਕੁਲ ਸੁਣੋ ਮੇਰੀ ਗੱਲ, ਸੁਣੋ ਮੈਂ ਜਵਾਬ ਦੇਣਾ ਕਿ ਬੋਲੋ। ਜਿਹੜਾ ਰਵਿਦਾਸ ਭਾਈਚਾਰਾ ਹੈ ਉਹ ਸਾਰਾ ਕੋਈ ਸਿੱਖੀ ਨਾਲ ਸੰਬੰਧਿਤ ਨਹੀਂ ਹੈਗਾ। ਰਵਿਦਾਸ ਭਾਈਚਾਰੇ ਦੀ ਬਹੁਤ ਵੱਡੀ ਗਿਣਤੀ ਪੰਜਾਬ 'ਚ ਸਿੱਖਾਂ ਨਾਲ ਹੈਗੀ ਹੈ, ਪਰ ਆਲ ਇੰਡੀਆ ਲੈਵਲ ਤੇ ਰਵਿਦਾਸ ਭਾਈਚਾਰਾ ਹੈ, ਉਹਨਾਂ ਦੀ ਆਪਣੀ ਸੋਚ ਹੈ, ਉਹ ਆਪਣੀ ਸੋਚ ਨਾਲ ਚੱਲਦੇ ਨੇ। ਉਹਨਾਂ ਨੂੰ ਅਸੀਂ ਜ਼ਬਰਦਸਤੀ ਕੁਝ ਨਹੀਂ ਕਰ ਸਕਦੇ ਉਹਨਾਂ ਨਾਲ। ਅਸੀਂ ਤਾਂ ਗੁਰੂ ਨਹੀਂ ਕਹਿੰਦੇ, ਉਹ ਗੁਰੂ ਕਹਿੰਦੇ ਨੇ। ਅਸੀਂ ਪੰਜਾਬ ਦੇ ਸਿੱਖ ਜਿਹੜੇ ਹੈ ਭਗਤ ਕਹਿੰਦੇ ਆ, ਅਸੀਂ ਉਹ ਗੁਰੂ ਕਹਿੰਦੇ ਨੇ। ਚੰਨੀ ਸਾਹਿਬ ਜਿਹੜਾ ਰੀਜ਼ਨ ਤੁਸੀਂ ਦੱਸਦੇ ਪਏ ਚੰਨੀ ਸਾਹਿਬ, ਤੁਸੀਂ ਮੈਨੂੰ ਇਹ ਦੱਸ ਦਿਓ। ਇੱਕ ਮਿੰਟ ਚਿੰਜਰ ਸਾਹਿਬ ਇਦਾਂ ਨਾ ਕਰਿਆ ਕਰੋ। ਚੰਨੀ ਸਾਹਿਬ ਸਿੰਪਲ ਜਿਹਾ ਸਵਾਲ ਹੈ, ਤੁਹਾਨੂੰ ਕੋਈ ਇਤਰਾਜ਼ ਨਹੀਂ? ਕੋਈ ਓਐਸਡੀ ਜਾਵੇ, ਕੋਈ ਰਾਜ ਸਭਾ ਮੈਂਬਰ ਜਾਵੇ, ਤੁਹਾਨੂੰ ਕੋਈ ਇਤਰਾਜ਼ ਨਹੀਂ? ਜਾਵੇ ਅਸੀਂ ਕਿਸੇ ਦੇ ਵੀ ਇਤਰਾਜ਼ ਨਹੀਂ ਕਰ ਸਕਦੇ। ਚਲੋ ਠੀਕ ਅਸੀਂ ਕਿਵੇਂ ਇਤਰਾਜ਼ ਕਰ ਸਕਦੇ ਆ? ਚਲੋ ਕੋਈ ਨਕਾਰੀਆਂ ਕੋਲ ਜਾਂਦਾ, ਕੋਈ ਕਿਸੇ ਕੋਲ ਜਾਂਦਾ ਹੈ। ਚਲੋ ਚੰਨੀ ਸਾਹਿਬ, ਬਾਕੀ ਰਹੀ ਗੱਲ ਜਿਹੜੀ ਝਿੰਜਰ ਸਾਹਿਬ ਕਹਿ ਰਹੇ ਨੇ 5-7 ਇੱਕ ਮਿੰਟ ਆਪਸ ਨਾ ਵੈਸੇ ਕਰੋ, ਕੋਈ ਫਾਇਦਾ ਹੀ ਨਹੀਂਗਾ। ਕਿਸੇ ਨੂੰ ਨਹੀਂ ਸਮਝ ਆਉਣਾ, ਚੰਨੀ ਸਾਹਿਬ ਨਹੀਂ ਸਮਝ ਆਉਣਾ, ਚੰਨੀ ਸਾਹਿਬ ਸਮਝ ਨਹੀਂ ਆਉਣਾ ਕਿਸੇ ਨੂੰ। ਚਲੋ ਮੈਂ ਬ੍ਰੇਕ ਲੈਣੀ ਪੈਣੀ, ਇਦਾਂ ਨਾ ਕਰਿਆ ਕਰੋ। ਡਿਬੇਟ 'ਚ ਪਤਾ ਲੱਗਦਾ ਕੌਣ ਕੀ ਕਹਿ ਰਿਹਾ, ਇਦਾਂ ਨਾ ਕਰਿਆ ਕਰੋ। ਇੱਕ ਛੋਟਾ ਬ੍ਰੇਕ ਲਵਾਂਗੇ, ਬ੍ਰੇਕ ਤੋਂ ਮੈਂ ਵਾਪਸ ਆਊਂਗਾ, ਬ੍ਰੇਕ ਤੋਂ ਵਾਪਸ ਆਊਂਗਾ। ਬਹੁਤ ਸਾਰੇ ਸਵਾਲ ਹੈ, ਹਰ ਸਵਾਲ ਪੁੱਛਣ ਦੀ ਕੋਸ਼ਿਸ਼ ਕਰਦੇ ਆ, ਪਰ ਜਿਹੜੀ ਬਹਿਸ ਜਿਸ ਦਿਸ਼ਾ ਵੱਲ ਪਹੁੰਚ ਜਾਂਦੀ ਹੈ ਉਸ ਬਹਿਸ ਨੂੰ ਉੱਥੋਂ ਮੋੜਨਾ, ਦੁਬਾਰਾ ਟਰੈਕ ਤੇ ਲਿਆਉਣਾ ਔਖਾ ਹੋ ਜਾਂਦਾ। ਪਰ ਮੈਂ ਔਖਾ ਨਹੀਂ, ਕੋਸ਼ਿਸ਼ ਕਰ ਰਿਹਾ, ਸਵਾਲ ਸਾਰੇ ਪੁੱਛੂੰਗਾ, ਵਾਪਸ ਆ ਰਿਹਾ। ਇੱਕ ਵਾਰ ਫਿਰ ਤੁਹਾਡਾ ਸਵਾਗਤ ਕਰਦੇ ਹਾਂ। ਤੇ ਵੱਡਾ ਸਵਾਲ, ਸੰਗੀਨ ਸੁਨਾਹਾਂ ਦੇ ਦੋਸ਼ੀ ਰਾਮ ਰਹੀਮ ਦੀ ਪੈਰੋਲ ਤੇ ਪੋਲਿਟਿਕਸ ਦਾ ਟਾਰਗੇਟ ਕੀ ਹੈ? ਮਿਸਟਰ ਖਡਿਆਲ, ਤੁਹਾਨੂੰ ਲੱਗਦਾ ਕੋਈ ਸਿਆਸਤ ਹੈ ਜਿਹੜੀ ਕੋਈ ਸੌਦਾ ਕਰਦੀ ਪਈ ਹੈ ਰਾਮ ਰਹੀਮ ਦੇ ਨਾਲ? ਕਿਉਂਕਿ ਇਸ ਤੋਂ ਪਹਿਲਾਂ ਵੀ ਸਿਆਸਤ ਨੇ ਕੀਤਾ, ਤੁਹਾਡੀ ਪਾਰਟੀ ਵੀ ਰਾਮ ਰਹੀਮ ਕੋਲੇ ਜਾਂਦੀ ਰਹੀ, ਬਾਕੀ ਪਾਰਟੀਆਂ ਵੀ ਜਾਂਦੇ ਰਹੀਆਂ। ਖਡਿਆਲ ਸਾਹਿਬ ਸਾਰਾ ਕੁਝ ਸਾਹਮਣੇ ਪਿਆ। ਖਡਿਆਲ ਸਾਹਿਬ ਹੁਣ ਜਿਸ ਤਰੀਕੇ ਨਾਲ ਇਹ ਸਾਰੀ ਸਥਿਤੀ ਹੈਗੀ ਹੈ, ਤੁਹਾਨੂੰ ਲੱਗਦਾ ਕਿ ਪੋਲੀਟੀਕਲ ਪਾਰਟੀਆਂ ਸੌਦਾ ਕਰਦੀਆਂ ਪਈਆਂ? ਕਿਉਂਕਿ ਤੁਹਾਡੇ ਹੀ ਪਾਰਟੀ 'ਚੋਂ ਗਏ ਪੁਰਾਣੇ ਲੀਡਰਾਂ ਨੇ ਇਲਜ਼ਾਮ ਲਾਇਆ ਅਕਾਲੀ ਦਲ ਤੇ ਵੀ। ਮਿਸਟਰ ਖਡਿਆਲ,
ਦੇਖੋ ਪਹਿਲਾਂ ਤਾਂ ਕੇਪੀ ਜੀ ਜਿਹੜੇ ਲੋਕ ਰੈਡੀ ਨੇ ਕਿ ਲਾਅ ਨੂੰ ਅਮੈਂਡ ਕਰਨਾ ਹੈ ਪੈਰੋਲ ਲਈ, ਫਰਲੋ ਲਈ, ਪ੍ਰੀਮੈਚੁਰ ਰਿਲੀਜ਼ ਲਈ, ਕਨਵਿਕਟਸ ਲਈ, ਤੇ ਬੀਜੇਪੀ ਨੇ ਅਮੈਂਡ ਕਰਤਾ ਹੈ ਤੇ ਜਿਹਦੇ ਕਰਕੇ ਲੋਕ ਬਾਹਰ ਆ ਪਾ ਰਹੇ ਹੈ, ਲੋਕ ਨਹੀਂ ਇੰਡੀਵਿਜੂਅਲ ਬਾਹਰ ਆ ਪਾ ਰਹੇ ਹੈ। ਇਹ ਤੋਂ ਇੱਕ ਚੀਜ਼ ਕਲੀਅਰ ਹੋਗੀ ਕਿ ਭਾਰਤੀ ਜਨਤਾ ਪਾਰਟੀ ਇਹ ਚੀਜ਼ ਚਾਹੁੰਦੀ ਹੈ। ਸੋ ਇਹਨੂੰ ਪੋਲਿਟਿਕਸ ਦਾ ਨਾਮ ਦੇਣਾ ਕਿ ਨਹੀਂ ਦੇਣਾ ਲੋਕ ਬਹੁਤ ਚੰਗੀ ਤਰ੍ਹਾਂ ਦੇਖ ਸਕਦੇ ਹੈ। ਦੂਜੀ ਗੱਲ, ਮੈਨੂੰ ਸਵਾਲ ਪੁੱਛਿਆ ਗਿਆ ਸੀਗਾ ਵੀ ਤੁਸੀਂ ਬੰਦਾ ਦੱਸ, ਮੈਂ ਤਾਂ ਨਹੀਂ ਦੱਸੂਗਾ ਵੀ 14 ਮਹੀਨਿਆਂ ਚ 4 ਵਾਰੀ ਕਿਹਨੂੰ ਪੈਰੋਲ ਮਿਲੀ ਹੈ, 3 ਮਹੀਨਿਆਂ ਚ 2 ਵਾਰੀ, ਪਰ ਤੁਸੀਂ ਦੱਸੋ ਵੀ ਰਿਜੈਕਟ ਕਿਹਦੀ ਹੋਈ ਹੈ। ਮੇਰੇ ਆਪਦੇ ਕਲਾਇੰਟ ਕੁਲਦੀਪ ਸਿੰਘ ਦੀ ਪੈਰੋਲ ਰਿਜੈਕਟ ਹੋਈ ਸੀਗੀ, ਹਾਲਾਂਕਿ ਉਹਦੇ ਘਰ ਦੇ ਵਿੱਚ ਵੱਡੀ ਐਮਰਜੈਂਸੀ ਸੀਗੀ, ਉਹਦੀ ਭੈਣ ਦਾ ਵਿਆਹ ਸੀਗਾ, ਉਹਦੇ ਬਾਵਜੂਦ ਨਹੀਂ ਹੋ ਸਕੀ ਸੀਗੀ, ਤੇ ਉਹ ਵੀ ਰੇਪ ਕਨਵਿਕਟ ਸੀਗਾ। ਨਹੀਂ, ਹਰਿਆਣਾ ਗਵਰਨਮੈਂਟ ਦੇ ਅੰਡਰ ਸੀਗਾ ਉਹ ਕੇਸ। ਹਾਂ ਬਿਲਕੁਲ ਬਿਲਕੁਲ। ਸੋ ਦੇਅਰਫੋਰ ਉਹਦੇ ਬਾਵਜੂਦ ਮੈਂ ਕਹਿੰਦਾ ਇਹ ਤਾਂ ਇੱਕ ਐਗਜ਼ਾਮਪਲ ਹੈ, ਬਹੁਤ ਲੋਕ ਹੈ ਜਿਨ੍ਹਾਂ ਨੂੰ ਪੈਰੋਲ ਮਿਲਦੀ ਨਹੀਂ ਹੈ, ਬਾ ਉਮਰ ਨਹੀਂ ਮਿਲਦੀ, ਇੱਕ ਵਾਰੀ ਨਹੀਂ ਮਿਲਦੀ। ਨਹੀਂ, ਇੱਕ ਮਿੰਟ ਮਿਸਟਰ ਖੜਿਆਲ, ਇੱਕ ਮਿੰਟ ਮੈਨੂੰ ਥੋੜਾ ਜਿਹਾ ਕਲੀਅਰ ਕਰ ਦਿਓ, ਮੈਂ ਨਾ ਸਮਝ ਇਹਨਾਂ ਚੀਜ਼ਾਂ 'ਚ। ਖੜਿਆਲ ਸਾਹਿਬ, ਜਿਹੜੇ ਤੁਹਾਡੇ ਕਲਾਇੰਟ ਨੂੰ ਨਹੀਂ ਮਿਲੀ ਸੀਗੀ, ਪਰਮਿਸ਼ਨ ਨਹੀਂ ਮਿਲੀ ਸੀ, ਤੁਸੀਂ ਰਾਮ ਰਹੀਮ ਵਾਲਾ ਕੇਸ ਨਾਲ ਪੁੱਟ ਅਪ ਕਰਕੇ ਅਦਾਲਤ 'ਚ ਅਰਜੀ ਲਾ ਸਕਦੇ ਹੋ? ਅਰਜੀ ਵੀ ਇਹਨੂੰ ਕਿਉਂ ਨਹੀਂ ਮਿਲੀ ਤੇ ਉਹਨੂੰ ਕਿਉਂ ਮਿਲ ਗਈ? ਬਿਲਕੁਲ ਬਿਲਕੁਲ ਬਿਲਕੁਲ। ਦੇਖੋ ਪਹਿਲਾਂ ਤਾਂ ਫੈਕਟ ਦਾ ਮੈਟਰ ਇਹ ਹੈ ਕਿ ਜਿਹੜੀ ਸਟੇਟ ਕੋਲੇ ਅਥਾਰਟੀ ਹੈ, ਪਾਵਰ ਹੈ ਪੈਰੋਲ ਦੇਣ ਦੀ ਜਾਂ ਨਾ ਦੇਣ ਦੀ। ਸੋ ਜਿਹੜੀ ਮੇਨ ਅਥਾਰਟੀ ਹੈ ਜੋ ਸਟੇਟ ਗਵਰਨਮੈਂਟ ਹੈ, ਜੋ ਕਿਸੇ ਨੂੰ ਦੇਣਾ ਚਾਹੂਗੀ ਉਹ ਪੈਰੋਲ ਦਊਗੀ। ਨਹੀਂ, ਚੈਲੰਜ ਤਾਂ ਕਰ ਸਕਦੇ ਨਾ ਤੁਸੀਂ ਖੜਿਆਲ ਸਾਹਿਬ, ਚੈਲੰਜ ਤਾਂ ਕਰ ਸਕਦੇ ਨਾ ਤੁਸੀਂ, ਇੱਕ ਵੈਲਿਡ ਰੀਜ਼ਨ ਰੱਖੋ। ਮੈਂ ਦੱਸਦਾ ਅਸੀਂ ਤਾਂ ਕੋਰਟ 'ਚ ਆਲਰੇਡੀ ਜਾ ਕੇ ਆਏ, ਲੇਕਿਨ ਫੈਕਟ ਦਾ ਮੈਟਰ ਇਹ ਹੈ ਕੇਪੀ ਜੀ ਕਿ ਸਾਡੇ ਚੈਲੰਜ ਕਰਨ ਨਾਲ ਉਹ ਸਟੇਟ ਸਰਕਾਰ ਲਾਅ ਨੂੰ ਅਮੈਂਡ ਨਹੀਂ ਨਾ ਕਰੂਗੀ। ਉਹ ਲਾਅ ਦੀ ਪਾਵਰ ਸਟੇਟ ਗਵਰਨਮੈਂਟ ਕੋਲ ਹੀ ਹੈ, ਤੇ ਜੇ ਉਹ ਚਾਹੂਗੀ ਤੇ ਬੰਦੇ ਨੂੰ 10 ਵਾਰੀ ਵੀ ਪੈਰੋਲ ਦੇ ਸਕਦੀ ਹੈ, ਜੇ ਨਹੀਂ ਚਾਹੂਗੀ ਤਾਂ ਜ਼ਰੂਰਤਮੰਦ ਨੂੰ ਪੈਰੋਲ ਨਹੀਂ ਮਿਲੂਗੀ। ਤੇ ਬਹੁਤ ਲੋਕਾਂ ਨਾਲ ਹੁੰਦੀ ਆਈ ਹੈ ਤੇ ਅੱਗੇ ਵੀ ਹੁੰਦੀ ਰਹੂਗੀ। ਲੇਕਿਨ ਮੈਂ ਇੱਕ ਗੱਲ ਦੱਸਦਾ ਹੈ, 2010 ਪੈਰੋਲ ਤੇ ਫਰਲੋ ਗਾਈਡਲਾਈਨ ਜਿਹੜੀ ਹੈਗੀ ਹੈ ਉਹ 'ਚ ਲਿਖਿਆ ਕਿ ਮਿਨੀਮਮ 6 ਮਹੀਨੇ ਪਾਸ ਹੋਣੇ ਜ਼ਰੂਰੀ ਹੈ ਦੂਜੀ ਪੈਰੋਲ ਦੇਣ ਲਈ, ਤੇ ਇਹ ਜਿਹੜੀ ਟਰਮ, ਇਹ ਜਿਹੜੀ ਪ੍ਰੋਵੀਜ਼ਨ ਹੈ ਇਹ ਵਾਇਲੇਟ ਹੋ ਰਹੀ ਹੈ। ਸੋ ਮੈਨੂੰ ਦੱਸਣ ਬੀਜੇਪੀ ਦੇ ਸਪੋਕਸਪਰਸਨ ਕਿ ਕਿਵੇਂ ਅਗੇਂਸਟ ਦਾ ਲਾਅ ਨਹੀਂ ਹੈ, ਇਹ ਗੱਲ ਦਾ ਜਵਾਬ ਲੈ ਲਓ ਮੇਰਾ ਤੋਂ। ਨਾ ਚੰਨੀ ਸਾਹਿਬ, ਜਵਾਬ ਦੇਣਾ ਚਾਹੁੰਦੇ ਹੋ ਤੁਸੀਂ? ਬਿਲਕੁਲ ਦੇਣਾ ਚਾਹੁੰਦਾ ਜੀ। ਹਾਂ, ਜਿਹੜੀ ਇਹ ਗੱਲ ਕਹਿੰਦੇ ਵਾਇਲੇਟ ਹੋਈ ਹੈ, ਰੂਲ ਵਾਇਲੇਟ ਕੀਤੇ ਗਏ ਨੇ, ਹਾਲੇ 5 ਦਿਨ ਪਹਿਲਾਂ ਨਾ ਹਾਈ ਕੋਰਟ 'ਚ ਡਿਸਾਈਡ ਹੋਇਆ ਵੀ ਕਾਨੂੰਨ ਦੇ ਅਨੁਸਾਰ ਦਿੱਤੀ ਜਾ ਰਹੀ ਹੈ ਪੈਰੋਲ, ਤੁਸੀਂ ਕਹਿੰਦੇ ਵਾਇਲੇਟ ਹੋਈ ਹੈ। ਐਸਸੀ ਰੋੜਾ ਦੀ ਪਟੀਸ਼ਨ ਪਈ ਹੈ, ਉਹ ਹਾਈ ਕੋਰਟ ਨੇ ਕਿਹਾ ਕਾਨੂੰਨ ਦੇ ਅਨੁਸਾਰ ਹੋ ਰਹੀ ਹੈ। ਇੱਕ ਮਿੰਟ ਚੰਨੀ ਸਾਹਿਬ, ਚਲੋ ਚੰਨੀ ਸਾਹਿਬ ਜੀ ਜਵਾਬ, ਚੰਨੀ ਸਾਹਿਬ ਇੱਕ ਮਿੰਟ, ਮਿਸਟਰ ਖੜਿਆਲ ਇੱਕ ਮਿੰਟ, ਚੰਨੀ ਸਾਹਿਬ ਇੱਕ ਮਿੰਟ ਚੰਨੀ ਸਾਹਿਬ ਸੁਣ ਤਾਂ ਲਓ ਨਾ। ਚੰਨੀ ਸਾਹਿਬ ਇੱਕ ਬੱਚਿਆਂ ਵਾਲਾ ਸਵਾਲ ਕਰਨ ਲੱਗਾ ਸਰ, ਉਹ ਹਰ ਬੱਚਾ ਪੁੱਛਣਾ ਚਾਹ ਰਿਹਾ ਤੁਹਾਡੇ ਤੋਂ। ਚੰਨੀ ਸਾਹਿਬ, ਰਾਮ ਰਹੀਮ ਨੂੰ ਬਾਹਰ ਕੱਢ ਕੇ ਤੁਹਾਨੂੰ ਲੋਕਾਂ ਨੂੰ ਮਿਲਦਾ ਕੀ ਹੈ ਸਰ? ਤੁਹਾਨੂੰ ਲੋਕਾਂ ਨੂੰ ਮਿਲਦਾ ਕੀ ਹੈ? ਨਹੀਂ, ਕਿਸੇ ਨੂੰ ਕੀ ਮਿਲਣਾ ਜੀ, ਆਪਣਾ ਕਾਨੂੰਨ ਦਾ ਫਾਇਦਾ ਲੈ ਰਿਹਾ, ਉਹ ਜੋ ਕਾਨੂੰਨ ਹੈ ਉਹਦੇ ਸਾਨੂੰ ਪੈਰੋਲ ਲੈ ਰਿਹਾ, ਉਹ ਜੋ ਸਾਨੂੰ ਕੀ ਮਿਲਣਾ? ਚੰਨੀ ਸਾਹਿਬ ਕੀ ਲਿੰਕ ਹੈ? ਬੀਜੇਪੀ ਨੇ ਕੀ ਲੈਣਾ ਤੋਂ? ਚੰਨੀ ਸਾਹਿਬ ਕੋਈ ਲਿੰਕ ਨਹੀਂ। ਚੰਨੀ ਸਾਹਿਬ, ਬਾਰ-ਬਾਰ ਨਾ ਅਕਾਲੀ ਦਲ ਬੰਦੀ ਸਿੱਖਾਂ ਦਾ ਮੁੱਦਾ ਚੱਕਦਾ। ਮੈਂ ਸਵਾਲ ਤੁਹਾਨੂੰ ਪੁੱਛਣ ਜਾ ਰਿਹਾ, ਮਿਸਟਰ ਰਾਜੋਆਣਾ ਨੂੰ ਜਿਹੜੀ ਪੈਰੋਲ ਦਿੱਤੀ ਗਈ ਸੀਗੀ, ਉਹਨਾਂ ਦੇ ਫਾਦਰ ਦੇ ਅੰਤਿਮ ਜਿਹੜਾ ਰਸਮਾਂ ਸੀਗੀਆਂ ਉਹ ਅਦਾ ਕਰਨ ਵਾਸਤੇ 1 ਘੰਟੇ ਦੀ ਪੈਰੋਲ ਮਿਲੀ ਸੀ, ਘਰ ਤੱਕ ਨਹੀਂ ਜਾਣ ਦਿੱਤਾ ਗਿਆ ਸੀਗਾ। ਇਹ ਅਕਾਲੀ ਦਲ ਵਾਰ-ਵਾਰ ਕਹਿੰਦਾ ਡਿਸਕ੍ਰਿਮੀਨੇਸ਼ਨ ਹੈ। ਚੰਨੀ ਸਾਹਿਬ, ਤੁਸੀਂ ਅਕਾਲੀ ਦਲ ਵਿੱਚ ਰਹੇ ਹੋ, ਚੰਗੀ ਤਰ੍ਹਾਂ ਜਾਣਦੇ ਹੋ, ਤਾਂ ਲੱਗਦਾ ਡਿਸਕ੍ਰਿਮੀਨੇਸ਼ਨ ਹੋ ਰਹੀ ਹੈ ਬੰਦੀ ਸਿੱਖਾਂ ਦੇ ਨਾਲ? ਮੈਂ ਜਵਾਬ ਦਿੰਦਾ ਜੀ। ਪਹਿਲੀ ਗੱਲ ਤਾਂ ਪੈਰੋਲ ਕਿਸੇ ਦੀ ਵੀ ਖਾਰਜ ਹੁੰਦੀ ਹੈ, ਇਹਦੀ ਵੀ ਹੁੰਦੀ ਰਹੀ ਹੈ ਖਾਰਜ, ਬਾਬਾ ਰਾਮ ਰਹੀਮ ਦੀ ਵੀ ਖਾਰਜ ਹੁੰਦੀ ਰਹੀ ਹੈ, ਇਹ 'ਚ ਕੋਈ ਸ਼ੱਕ ਨਹੀਂ। ਜਿੱਥੋਂ ਤੱਕ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਬੰਧ ਹੈ, ਉਹਨਾਂ ਦੇ ਹੱਕਾਂ ਸੰਬੰਧ ਹੈ, ਅਸੀਂ ਬਿਲਕੁਲ ਉਹਨਾਂ ਦੇ ਨਾਲ ਆ। ਬੰਦੀ ਸਿੰਘਾਂ ਦੀ ਰਿਹਾਈ ਅਸੀਂ ਚਾਹੁੰਦੇ ਹਾਂ, ਪਰ ਇਹ 'ਚ ਜਿਹੜੇ ਬੰਦੇ ਰੌਲਾ ਪਾਉਂਦੇ ਨੇ, ਇੱਕ ਮਿੰਟ ਸੁਣ ਲਓ, ਜਿਹੜੇ ਰੌਲਾ ਪਾਉਂਦੇ ਬੰਦੀ ਸਿੰਘਾਂ ਦੀ ਰਿਹਾਈ ਦਾ ਵੀ ਨਹੀਂ ਹੋਈ, ਉਹ ਪੰਜਾਬ ਹਿੰਦੁਸਤਾਨ ਦੀ ਸਰਕਾਰ ਨੇ ਕਲੀਅਰ ਕੱਟ, ਹੋਮ ਮਿਨਿਸਟਰ ਨੇ ਕਿਹਾ ਕਿ ਜਿਹੜੀਆਂ ਸਟੇਟਾਂ ਨੇ ਉਹ ਸਾਡੇ ਕੋਲ ਕੇਸ ਭੇਜਣ ਬੰਦੀ ਸਿੰਘਾਂ ਦੇ, ਅਸੀਂ ਉਹਨਾਂ ਤੇ ਵਿਚਾਰ ਕਰਨ ਲਈ ਪੂਰੀ ਤਿਆਰ ਹਾਂ। ਪੰਜਾਬ ਦੀ ਸਰਕਾਰ, ਕਿਸੇ ਹੋਰ ਸਟੇਟ ਦੀ ਸਰਕਾਰ ਨੇ ਕਿਸੇ ਨੇ ਕੋਈ ਕੇਸ ਬਣਾ ਕੇ ਨਹੀਂ ਭੇਜਿਆ, ਇਹ ਮੈਂ ਔਨ ਰਿਕਾਰਡ ਕਰ ਰਿਹਾ। ਇਹ ਸਰਕਾਰ ਔਨ ਰਿਕਾਰਡ ਤੁਹਾਡੇ ਮੰਤਰੀ ਸਾਹਿਬ ਨੇ ਕਿਹਾ, ਔਨ ਰਿਕਾਰਡ ਹੀ ਕਿਹਾ 550 ਸਾਲਾਂ ਤੇ ਜਿਹੜੀ ਸੂਚੀ ਜਾਰੀ ਕੀਤੀ ਗਈ ਸੀ ਉਹਦੇ ਵਿੱਚੋਂ 2 ਕੈਦੀ ਰਹਿੰਦੇ ਆ, 2 ਬੰਦੀ ਸਿੱਖ ਰਹਿੰਦੇ ਆ। ਔਨ ਰਿਕਾਰਡ ਤੁਸੀਂ ਕਹਿ ਰਹੇ ਹੋ, ਤੁਹਾਨੂੰ ਤਾਂ ਰਿਹਾਈ ਦੇ ਆਰਡਰ ਕਰਨੇ ਚਾਹੀਦੇ ਆ, ਤੁਸੀਂ ਤਾਂ ਰਿਹਾਈ ਦੇ ਨਾਲ ਦਸਤਖਤ ਕਰਦੇ ਪਏ ਹੋ। ਚੰਨੀ ਸਾਹਿਬ, ਸਵਾਲ ਇਹ ਹੈ, ਉਹ ਚੱਲ ਰਹੀ, ਉਹ ਦੇਖੋ 2 ਬੰਦੇ ਉਹਨਾਂ ਦੇ ਰਿਹਾ ਹੋ ਗਏ, 2 ਬੰਦਿਆਂ ਦੀ ਚੱਲ ਰਹੀ ਹੈ, 2 ਬੰਦਿਆਂ ਦੀ ਪ੍ਰੋਸੈਸ ਚੱਲ ਰਿਹਾ, 9 ਰਿਹਾ ਹੋ ਗਏ। ਚਲੋ
ਚੱਲ ਰਿਹਾ ਝਿੰਜਰ ਸਾਹਿਬ ਕੇਂਦਰ ਸਰਕਾਰ ਦਾ ਕੋਈ ਰੋਲ ਨਹੀਂ ਹੈਗਾ ਬੰਦੀ ਸਿੱਖਾਂ ਨੂੰ ਰਿਹਾ ਕਰਨ ਦੇ ਵਿੱਚ, ਸਟੇਟ ਗਵਰਨਮੈਂਟ ਕੋਲੇ ਕੇਸ ਆ, ਉਹਨਾਂ ਨੇ ਕਰਨੇ ਆ। ਝਿੰਜਰ ਸਾਹਿਬ ਬੀਜੇਪੀ ਦੇ ਬੁਲਾਰੇ ਨੂੰ ਅੱਜ ਕੋਈ ਸਮਝ ਨਹੀਂ ਆ ਰਹੀ ਗੱਲ, ਵੀ ਮੈਨੂੰ ਤਾਂ ਇਹ ਨਹੀਂ ਸਮਝ ਆ ਰਹੀ ਕਿ ਸਾਬਤ ਕੀ ਕਰਨਾ ਚਾਹੁੰਦੇ ਨੇ। ਤੁਸੀਂ ਕਾਨੂੰਨ ਖੇਡੀ ਜਾਂਦੇ ਹੋ। ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਦਾ ਜਿਨ੍ਹਾਂ ਨੇ ਕਤਲ ਕਰਿਆ ਉਹ ਵੀ ਤਾਂ ਕਾਨੂੰਨ ਦੇ ਰਾਹੀਂ ਛੱਡੇ ਨੇ, ਉਦੋਂ ਕਾਨੂੰਨ ਕੋਈ ਹੋਰ ਬਣ ਜਾਂਦਾ। ਜਦੋਂ ਬੰਦੀ ਸਿੰਘਾਂ ਨੂੰ ਛੱਡਣ ਦੀ ਗੱਲ ਆਉਂਦੀ ਆ ਉਦੋਂ ਕਾਨੂੰਨ ਕੋਈ ਹੋਰ ਬਣ ਜਾਂਦਾ। ਜਦੋਂ ਬਲਾਤਕਾਰੀ ਬਾਬੇ ਨੂੰ ਪਰੋਲ ਦੇਣੀ ਆ ਉਦੋਂ ਕਾਨੂੰਨ ਕੋਈ ਹੋਰ ਬਣ ਜਾਂਦਾ। ਇੱਥੇ ਕਾਨੂੰਨ ਦੀ ਖੇਡ ਕੀ ਚੱਲ ਰਹੀ ਹੈ? ਫਿਰ ਤੁਸੀਂ ਕਹਿੰਦੇ ਹੋ ਕਿ ਪੰਜਾਬੀ ਰੌਲਾ ਪਾਉਂਦੇ ਨੇ ਕਿ ਸਾਡੇ ਨਾਲ ਦਿੱਲੀ ਧੱਕਾ ਕਰਦੀ ਆ। ਤੁਸੀਂ ਚੰਨੀ ਸਾਹਿਬ, ਮੈਂ ਤੁਹਾਡਾ ਸਤਿਕਾਰ ਕਰਦਾ, ਪਰ ਇੰਨਾ ਨਾ ਲਿਪੋ ਕੇਂਦਰ ਤੇ ਬੀਜੇਪੀ ਦੇ ਥੱਲੇ। ਇੱਕ ਮਿੰਟ ਚੰਨੀ ਸਾਹਿਬ ਸਮਝੋ, ਚੰਨੀ ਸਾਹਿਬ ਪਲੀਜ਼, ਚੰਨੀ ਸਾਹਿਬ ਏਦਾਂ ਨਾ ਕਰਿਆ ਕਰੋ, ਚੰਨੀ ਸਾਹਿਬ ਏਦਾਂ ਨਾ ਕਰਿਆ ਕਰੋ ਪਲੀਜ਼। ਮੈਂ ਤਾਂ ਨਹੀਂ ਬੋਲ ਰਿਹਾ, ਮੈਨੂੰ ਇੱਕ ਮਿੰਟ ਪਲੀਜ਼ ਬੋਲ ਰਹੇ ਹੋ ਨਾ ਸਰ, ਮੈਨੂੰ ਆਵਾਜ਼ ਹੀ ਨਹੀਂ ਸੁਣਦੀ ਵੀ ਮਿਸਟਰ ਝਿੰਜਰ ਕਹਿ ਕੀ ਰਹੇ ਆ। ਤੁਸੀਂ ਕਾਨੂੰਨ ਖੇਡ ਕੀ ਰਹੇ ਹੋ? ਤੁਸੀਂ ਕਾਨੂੰਨ ਆਪਣੇ ਹਿਸਾਬ ਨਾਲ ਚਲਾ ਰਹੇ ਹੋ। ਉਦੋਂ ਕਾਨੂੰਨ ਕਿੱਥੇ ਜਾਂਦਾ ਜਦੋਂ ਸਾਰਾ ਬਾਨੂ ਦੇ ਜਿਹੜੇ ਕਾਤਲ ਨੇ, ਬਲਾਤਕਾਰੀ ਨੇ ਛੱਡ ਦਿੱਤੇ ਜਾਂਦੇ ਨੇ? ਉਦੋਂ ਕਾਨੂੰਨ ਕਿੱਥੇ ਜਾਂਦਾ? ਜਦੋਂ ਰਾਜੀਵ ਗਾਂਧੀ ਦੇ ਕਾਤਲ ਛੱਡ ਦਿੱਤੇ ਜਾਂਦੇ ਨੇ ਉਦੋਂ ਕਾਨੂੰਨ ਕਿੱਥੇ ਆ ਜਾਂਦਾ? ਜਦੋਂ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕੀਤਾ ਜਾਂਦਾ, ਕੋਈ ਪਰੋਲ ਨਹੀਂ ਦਿੱਤੀ ਜਾਂਦੀ, ਉਦੋਂ ਕਾਨੂੰਨ ਕਿੱਥੇ ਆ ਜਾਂਦਾ? ਜਦੋਂ ਤੁਸੀਂ ਬਾਬੇ ਨੂੰ 14 ਮਹੀਨੇ 'ਚ 4 ਵਾਰ ਪਰੋਲ ਦੇ ਦਿੰਦੇ ਹੋ, ਫਿਰ ਤੁਸੀਂ ਉਹਨੂੰ ਇਨਵਾਈਟ ਕਰਦੇ ਹੋ ਤੇ ਉਹਨੂੰ ਤੁਸੀਂ ਸਹੀ ਜਤਾਉਂਦੇ ਹੋ। ਇਹਦੇ ਲਈ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਆ। ਤੁਸੀਂ ਪੰਜਾਬੀਆਂ ਨਾਲ ਤੁਸੀਂ ਕਹਿੰਦੇ ਹੋ ਕਿ ਅਸੀਂ ਕੁਝ ਨਹੀਂ ਰੋਕ ਨਹੀਂ ਸਕਦੇ, ਕੁਝ ਨਹੀਂ ਕਰ ਸਕਦੇ। ਚੰਨੀ ਸਾਹਿਬ, ਤੁਹਾਨੂੰ ਸਾਰਾ ਕੁਝ ਪਤਾ ਹੈ ਕਿ ਇਹ ਸਾਰਾ ਕੁਝ ਗਲਤ ਹੋ ਰਿਹਾ। ਝਿੰਜਰ ਸਾਹਿਬ ਤੁਸੀਂ ਬੀਜੇਪੀ, ਝਿੰਜਰ ਸਾਹਿਬ ਇੱਕ ਮਿੰਟ ਸੁਣ ਲਓ, ਝਿੰਜਰ ਸਾਹਿਬ ਸੁਣ ਲਓ, ਸਵਾਲ ਸੁਣ ਲਓ, ਝਿੰਜਰ ਸਾਹਿਬ ਸਵਾਲ ਸੁਣ ਲਓ, ਝਿੰਜਰ ਸਾਹਿਬ ਸਵਾਲ ਸੁਣ ਲਓ, ਝਿੰਜਰ ਸਾਹਿਬ ਸਵਾਲ ਸੁਣ ਲਓ ਸਰ, ਸਵਾਲ ਸੁਣ ਲਓ। ਝਿੰਜਰ ਸਾਹਿਬ ਤੁਸੀਂ ਕਹਿ ਰਹੇ ਬੀਜੇਪੀ ਨੂੰ ਮਾਫੀ ਮੰਗਣੀ ਚਾਹੀਦੀ ਹੈ, ਮੈਂ ਸਵਾਲ ਕਰ ਰਿਹਾ ਅਕਾਲੀ ਦਲ ਨੂੰ ਮਾਫੀ ਕਿਉਂ ਨਹੀਂ ਮੰਗਣੀ ਚਾਹੀਦੀ? 2007 ਵਿੱਚ ਤੁਸੀਂ ਇਹ ਕੇਸ ਵਾਪਸ ਲਿਆ ਬਠਿੰਡੇ ਚੋਂ, ਕਿ ਉਸ ਕੇਸ ਦੇ ਵਿੱਚ ਮਾਫੀ ਨਹੀਂ ਤੁਹਾਨੂੰ ਮੰਗਣੀ ਚਾਹੀਦੀ? ਜੇ ਇਹ ਡੇਰਾ ਸਿਰਸਾ ਮੁਖੀ ਨੂੰ ਉਦੋਂ ਮਾਫੀ ਦਿੱਤੀ ਗਈ, ਕਿ ਅਕਾਲੀ ਦਲ ਨੂੰ ਉਸ ਮੁੱਦੇ ਤੇ ਮਾਫੀ ਨਹੀਂ ਮੰਗਣੀ ਚਾਹੀਦੀ? ਝਿੰਜਰ ਸਾਹਿਬ ਜਿਹਨੇ ਮਾਫੀ ਦਿੱਤੀ ਉਹਨੂੰ ਪੁੱਛੋ ਨਾ। ਗਿਆਨੀ ਗੁਰਬਚਨ ਸਿੰਘ ਜਿਹਨੇ ਮਾਫੀ ਦਿੱਤੀ ਉਹਨੂੰ ਪੁੱਛੋ। ਦੂਜੀ ਨੰਬਰ, ਜਿਹੜਾ ਇਹ ਕਹਿੰਦੇ ਨੇ ਕਿ ਅਸੀਂ ਸੌਦਾ ਸਾਹ ਦੇ ਬੰਦਿਆਂ ਦੇ ਖਿਲਾਫ ਕੀਤਾ ਨਹੀਂ, ਜਿਹੜੇ ਬਰਗਾੜੀ ਵਿਖੇ ਜਿਹੜੇ ਉੱਥੇ ਗੋਲੀकांड ਜਿਹੜਾ ਹੋਇਆ ਸੀ ਨਾ, ਉਹਦੇ ਚ ਜਿਹੜੇ ਦੋਸ਼ੀ ਉਹ ਸਾਰੇ ਸ਼੍ਰੋਮਣੀ ਅਕਾਲੀ ਦੀ ਸਰਕਾਰ ਨਹੀਂ ਚੱਕ ਕੇ ਅੰਦਰ ਸੁੱਟੇ ਸੀ। ਮੈਂ ਸਵਾਲ ਹੋਰ ਕਰਦਾ, ਤੁਸੀਂ ਜਵਾਬ ਹੋਰ ਦੇਣਾ। ਪ੍ਰਸਮਜੀਤ ਸਿੰਘ, ਇੱਕ ਮਿੰਟ, ਠੀਕ ਹੈ ਝਿੰਜਰ ਸਾਹਿਬ ਇੱਕ ਮਿੰਟ ਰੁਕ ਜਾਓ, ਝਿੰਜਰ ਸਾਹਿਬ ਰੁਕ ਜਾਓ, ਹੁਣ ਆਪਣੇ ਕੋਲ ਵਕਤ ਨਹੀਂ ਹੈ। ਪ੍ਰਸਮਜੀਤ ਸਿੰਘ ਕੰਕਲੂਡ ਕਰਨਾ ਆਪਾਂ ਹੁਣ। ਇੱਕ ਮਿੰਟ ਝਿੰਜਰ ਸਾਹਿਬ, ਪਲੀਜ਼ ਰੁਕ ਜਾਓ। ਠੀਕ, ਪ੍ਰਸਮਜੀਤ ਸਿੰਘ, ਮੈਂ 2007 ਦੇ ਕੇਸ ਦਾ ਜ਼ਿਕਰ ਕੀਤਾ, ਜਿਹੜੇ ਅਕਾਲੀ ਦਲ ਤੇ ਇਲਜ਼ਾਮ ਲੱਗਦੇ ਆ ਕਿ ਇਹਨਾਂ ਨੇ ਕੇਸ ਵਾਪਸ ਲਿਆ। ਉਹ ਪ੍ਰਸਮਜੀਤ ਸਿੰਘ ਇੱਕ ਮਾਫੀ ਵਾਲਾ, ਅਕਾਲੀ ਦਲ ਕਹਿੰਦਾ ਸਾਡਾ ਰੋਲ ਕੀ ਹੈ ਉਹਨਾਂ 'ਚ, ਦੱਸੋ ਪ੍ਰਸਮਜੀਤ ਸਿੰਘ। ਨਹੀਂ, ਇਹ ਜਿੰਨਾ ਮਰਜ਼ੀ ਆਪਾਂ ਟੈਕਨੀਕਲੀ ਗੱਲਾਂ ਕਰੀ ਜਾਈਏ, ਇੱਕ ਬੰਦੇ ਦਾ ਨਾਮ ਲੈ ਕੇ ਕਹਿ ਦਈਏ ਉਹਨੇ ਕੀਤਾ ਇਹਨੇ ਕੀਤਾ, ਇਹ ਰਾਜਨੀਤਿਕ ਲੋਕਾਂ ਦੀ, ਮੈਂ ਜਿਵੇਂ ਸ਼ੁਰੂ 'ਚ ਕਿਹਾ ਸੀ, ਮਜਬੂਰੀ ਬਣ ਗਈ ਆ। ਬਾਬੇ ਹੋਰ ਤੇ ਹੋਰ ਵੱਡੇ ਲੀਡਰ ਉਹਨਾਂ ਦੇ ਗੋਡੇ ਘੁੱਟਦੇ ਆ। ਮੈਂ ਹੁਣ ਕੱਲੇ ਦਾ ਨਾਂ ਨਹੀਂ ਲਊਂਗਾ, ਚੰਗੀ ਗੱਲ ਨਹੀਂ ਲੱਗਦੀ। ਆਪਾਂ ਨੇ ਦੇਖਿਆ ਨਹੀਂ ਆ ਕਿ ਜਦੋਂ RSS ਦੇ ਮੁਖੀ ਆਉਂਦੇ ਆ ਉਹ ਵੀ ਮਿਲ ਕੇ ਜਾਂਦੇ ਆ, ਫਿਰ ਉਹ ਸਾਰਾ ਉਹਦੇ ਰੈਪਰਕਸ਼ਨ ਵੀ ਆਪਾਂ ਨੂੰ ਸਾਰਿਆਂ ਦੇ ਸਾਹਮਣੇ ਦਿਖ ਰਹੇ ਹੈਗੇ ਆ। ਇਹ ਅਫਸੋਸ ਦੀ ਗੱਲ ਆ, ਮੈਨੂੰ ਕੋਈ ਚੰਗੀ ਗੱਲ ਨਹੀਂ, ਮੈਂ ਖੁਸ਼ ਹੋ ਕੇ ਨਹੀਂ ਇਹ ਗੱਲ ਕਹਿ ਰਿਹਾ ਕਿ ਸਾਡੀ ਕੋਈ ਸਟਰੋਂਗ ਰੀਜਨਲ ਪਾਰਟੀ ਸੀਗੀ ਜਿਹਨੂੰ ਕਹਿੰਦੇ ਸੀ ਸ਼੍ਰੋਮਣੀ ਅਕਾਲੀ ਦਲ, ਅੱਜ ਵੀ ਉਹੀ ਕਹਿੰਦੇ ਆ। ਉਹ ਅੱਜ ਕਿੱਧਰ ਕਿੰਨੇ ਅਕਾਲੀ ਦਲ, ਕੁਝ ਬੰਦੀ ਸਿੰਘਾਂ ਦਾ ਅਲੱਗ ਕੈਂਪ ਲਾ ਕੇ ਬੈਠੇ ਆ, ਕੁਝ ਪੀਸ ਮਾਰਚ 26 ਨੂੰ 3 ਜਗ੍ਹਾ ਤੇ ਅਲੱਗ ਹੋਣੇ, ਬਰਗਾੜੀ ਵਾਲਿਆਂ ਦਾ ਅਲੱਗ ਹੋਣਾ ਵਾ ਜਾਂ ਦੂਜਿਆਂ ਦਾ ਅਲੱਗ ਹੋਣਾ, ਕਿੰਨਾ ਕੁਛ ਇੱਥੇ ਆਪਾਂ ਬਖੇੜਾ ਪਾ ਲਿਆ। ਮੇਰਾ ਖਿਆਲ ਹੈ ਕਿ ਇੱਕ ਕੰਪਰੀਹੈਂਸਿਵ ਰਿਵਿਊ ਕਰਕੇ ਇਹਨਾਂ ਨੂੰ ਜਿੱਥੇ ਮਾਫੀ ਮੰਗਣੀ ਦੀ ਲੋੜ, ਆਪਾਂ ਰਾਹੁਲ ਗਾਂਧੀ ਤੋਂ ਨਹੀਂ ਕਹਿੰਦੇ ਕਿ ਉਹਨੂੰ ਮੈਂ ਖੁਦ ਨਿੱਜੀ ਤੌਰ ਤੇ ਵੀ ਕਹਿੰਦਾ, ਇਹਦੇ 'ਚ ਕੋਈ ਛੋਟਾ ਨਹੀਂ ਹੁੰਦਾ। ਤੇ ਜਦੋਂ ਇਹੋ ਜਿਹੀ ਕੋਈ ਗੱਲ ਵੱਡੀ ਹੁੰਦੀ ਹੈ ਜਿਹਦੇ 'ਚ ਲੋਕਾਂ ਦੀਆਂ ਭਾਵਨਾਵਾਂ ਉਹਨਾਂ ਨੂੰ ਦੁੱਖ ਪਹੁੰਚਦਾ ਆ, ਤਾਂ ਕੁਦਰਤੀ ਹੈ ਕਿ ਉਹਦੇ 'ਚੋਂ ਇੱਕੋ ਹੀ ਤਰੀਕਾ ਹੈ ਕਿ ਆਪਾਂ ਮੰਨ ਜਾਈਏ, ਤੇ ਲੋਕ ਮਾਫ ਵੀ ਕਰਦੇ ਹੈਗੇ, ਤੇ ਅੱਗੇ ਤੋਂ ਆਪਾਂ ਸਲੇਟ ਸਾਫ਼ ਕਰਕੇ ਠੀਕ ਠਾਕ ਚੱਲੀਏ, ਬਸ਼ਰਤੇ ਕਿ ਆਪਾਂ ਐਵੇਂ ਵਕੀਲ ਬਣੇ ਰਹੀਏ। ਇਸ ਵੇਲੇ ਲੋੜ ਹੈ। ਔਰ ਦੂਸਰਾ ਰਾਜਨੀਤੀ ਨੂੰ ਲੋਕਾਂ ਦੇ ਨਾਲ ਜੋੜ ਕੇ ਦੇਖਿਆ ਜਾਏ, ਨਾ ਕਿ ਸਿਰਫ ਤੇ ਸਿਰਫ ਵੋਟਾਂ ਬਾਬਿਆਂ ਦੀਆਂ ਕਿੱਧਰ ਜਾਂਦੀਆਂ ਉਹਦੇ ਮੁਤਾਬਕ ਅਸੀਂ ਆਪਣੀਆਂ ਸਟੇਟਮੈਂਟਾਂ ਦਿੰਦੇ ਰਹੀਏ। ਠੀਕ ਹੈ ਝਿੰਜਰ ਸਾਹਿਬ, ਲਾਸਟ ਮੈਂ ਤੁਹਾਨੂੰ ਸਵਾਲ ਨਹੀਂ ਦੇ ਰਿਹਾ, ਲਾਸਟ ਮੈਂ ਇਸ ਮੰਚ ਦੇ ਜ਼ਰੀਏ ਇੱਕ ਤਗੀਦ ਤੁਹਾਡੇ ਅੱਗੇ ਰੱਖ ਰਿਹਾ ਕਿ ਤੁਸੀਂ ਲੋਕਾਂ ਦੀਆਂ ਭਾਵਨਾਵਾਂ ਸਮਝੋ ਤੇ ਤੁਸੀਂ ਇਸ ਪੂਰੇ ਮੁੱਦੇ ਤੇ ਮਾਫੀ ਮੰਗ ਕੇ ਇੱਕ ਨਵੇਂ ਚੈਪਟਰ ਨਾਲ ਸ਼ੁਰੂਆਤ ਕਰ ਸਕਦੇ ਹੋ। ਪ੍ਰੋਫੈਸਰ ਮਨਜੀਤ ਸਿੰਘ ਕਹਿੰਦੇ ਆ ਰੀਜਨਲ ਫੋਰਸ ਪੰਜਾਬ ਨੂੰ ਚਾਹੀਦੀ ਹੈ। ਮੈਂ ਤੁਹਾਡੀ ਵਕਾਲਤ ਕਰਨ ਵਾਸਤੇ ਨਹੀਂ ਬੈਠਾ ਮਿਸਟਰ ਝਿੰਜਰ ਸਾਹਿਬ ਇੱਥੇ।
ਠੀਕ ਹੈ, ਬਿਲਕੁਲ ਦੇਖੋ, ਹਾਲਾਂਕਿ ਅਕਾਲੀ ਦਲ ਦਾ ਇਹ ਘਟਨਾਵਾਂ ਦੇ ਵਿੱਚ ਕੋਈ ਰੋਲ ਨਹੀਂ ਹੈਗਾ, ਕੋਈ ਵੀ, ਪਰ ਵਿਰੋਧੀਆਂ ਵੱਲੋਂ ਇੱਕ ਪਲੈਨਿੰਗ ਦੇ ਰਾਹੀਂ ਸ਼੍ਰੋਮਣੀ ਅਕਾਲੀ ਦਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਪੰਜਾਬ ਤੇ ਪੰਜਾਬੀ ਦੇ ਕੌਮ ਦੀਆਂ ਗੱਲਾਂ ਕਰਨ ਵਾਲੀ ਇੱਕੋ ਇੱਕ ਪਾਰਟੀ ਹੈ ਜਿਹੜੀ ਪੋਲੀਟੀਕਲੀ ਵੱਡਾ ਮੰਚ ਹੈ, ਸ਼੍ਰੋਮਣੀ ਅਕਾਲੀ ਦਲ। ਇਸ ਲਈ ਬਹੁਤ ਵੱਡੀ ਪਲੈਨਿੰਗ ਦੇ ਨਾਲ ਚਾਰਿਓ ਪਾਸਿਓਂ ਸ਼੍ਰੋਮਣੀ ਅਕਾਲੀ ਦਲ ਨੂੰ ਘੇਰਿਆ ਜਾ ਰਿਹਾ। ਜਿਹੜਾ ਹੁਣ ਜਿਹੜੇ ਵਿਸ਼ੇ ਦੇ ਪਾਸ ਡਿਬੇਟ ਕਰ ਰਿਹਾ ਨਾ, ਇਸ ਡਿਬੇਟ ਤੇ ਮੈਂ ਪਹਿਲਾਂ ਸਟਾਰਟਿੰਗ ਦੇ ਵਿੱਚ ਨਾਂ ਲੈ ਚੱਕਿਆ ਬਹੁਤ ਆਗੂਆਂ ਦਾ, ਉਹਨਾਂ ਦਾ ਕਿਤੇ ਬਿਆਨ ਨਹੀਂ ਹੁਣ ਆਉਂਦਾ, ਜੇ ਹੁਣ ਵੀ ਬਿਆਨ ਦਿੰਦੇ ਤਾਂ ਅਕਾਲੀ ਦਲ ਦੇ ਖਿਲਾਫ। ਸੋ ਇਸ ਲਈ ਮੈਨੂੰ ਲੱਗਦਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ ਟਾਰਗੇਟ ਕਰਕੇ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਕਿਉਂਕਿ ਇੱਕ ਵੱਡਾ ਮੰਚ ਹੈ ਉਹਨੂੰ ਘਟਾਉਣ। ਚਿੰਜਰ ਸਾਹਿਬ, ਉਸ ਟਾਰਗੇਟ ਨੂੰ ਤੁਸੀਂ ਕੁੰਦ ਕਰ ਸਕਦੇ ਹੋ, ਉਸ ਟਾਰਗੇਟ ਨੂੰ ਤੁਸੀਂ ਖਤਮ ਕਰ ਸਕਦੇ ਹੋ ਜੇ ਤੁਸੀਂ ਚਾਹੋ ਤਾਂ, ਕਿ ਤੁਸੀਂ ਸੋਚਣਾ ਨਹੀਂ ਇਸ ਮੁੱਦੇ ਤੇ? ਨਹੀਂ, ਦੇਖੋ ਭਵਿੱਖ 'ਚ ਕੀ ਹੁੰਦਾ, ਦੇਖੋ ਭਵਿੱਖ 'ਚ ਕੀ ਹੁੰਦਾ। ਚਲੋ ਪ੍ਰਸਮਜੀਤ ਸਿੰਘ, ਅਜੇ ਵਕਤ ਲੱਗੂਗਾ ਸਰ, ਉਹ ਜਿਹੜੀ ਸਲੇਟ ਦੀ ਤੁਸੀਂ ਗੱਲ ਕਰਦੇ ਹੋ, ਸਲੇਟ ਹੋਣ 'ਚ ਅਜੇ ਵਕਤ ਲੱਗੂਗਾ। ਤੁਹਾਡਾ ਬਹੁਤ ਧੰਨਵਾਦ ਮਿਸਟਰ ਖੜਿਆਲ, ਤੁਹਾਡਾ ਬਹੁਤ ਧੰਨਵਾਦ। ਚੰਨੀ ਸਾਹਿਬ ਤੁਹਾਡਾ ਬਹੁਤ ਧੰਨਵਾਦ। ਚਿੰਜਰ ਸਾਹਿਬ ਤੁਹਾਡਾ ਬਹੁਤ ਧੰਨਵਾਦ। ਰਾਮ ਰਹੀਮ ਵਾਰ-ਵਾਰ ਬਾਹਰ ਕਿਉਂ? ਸਾਰੇ ਸਵਾਲ ਪੁੱਛਣੇ ਚਾਹੀਦੇ ਆ, ਟੈਕਨੀਕਲੀ ਵੀ ਪੋਲੀਟੀਕਲੀ ਵੀ, ਸਾਰੇ ਪੁੱਛ ਲਿਆ, ਪਰ ਸਿਆਸੀ ਨੈਤਿਕਤਾ ਜਿਹੜੀ ਇਸ ਵਕਤ ਉਹਦੇ ਤੇ ਸਵਾਲ ਹੈਗੇ ਆ। ਜੇ ਸਿਆਸੀ ਨੈਤਿਕਤਾ ਤੇ ਸਵਾਲ ਹੈਗੇ ਆ ਤੇ ਫਿਰ ਕਾਨੂੰਨ, ਸਿਆਸਤ ਦੀ ਕਚਹਿਰੀ ਤੇ ਸਵਾਲ ਚੁੱਕਣ ਤੋਂ ਇਲਾਵਾ ਇਹ ਸਵਾਲ ਪੁੱਛੋ ਕਿ ਸਿਆਸੀ ਨੈਤਿਕਤਾ ਕੀ ਕਹਿੰਦੀ ਹੈ। ਜਦੋਂ ਸਿਆਸੀ ਨੈਤਿਕਤਾ ਇਹ ਕਹਿੰਦੀ ਹੋਵੇ ਕਿ ਜਿਹੜਾ ਦੋਸ਼ੀ ਹੈਗਾ ਉਹਦੇ ਕੋਲੇ ਜਾ ਕੇ ਨਤਮਸਤਕ ਹੋਣਾ, ਤਾਂ ਫਿਰ ਸਵਾਲ ਮੁੱਕ ਜਾਂਦੇ ਆ। ਬਹੁਤ ਧੰਨਵਾਦ।